जय भीम जय भारत। ਅਸੀਂ ਅੱਜ ਐਤਵਾਰ 29 ਮਈ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ ਹਾਂ ਤੇ ਅੱਜ ਜਿੱਥੇ ਵੀ ਯੂਕੇ ਯੂਰਪ ਅਤੇ ਹੋਰ ਵੀ ਜਿੱਥੇ ਵੀ DM ਗਲੋਬਲ ਦੇ ਮਾਧਿਅਮ ਤੋਂ ਜਿੱਥੇ ਵੀ ਸਾਡੇ ਵੀਰਰਸ ਸਾਡੇ ਉਪਾਸਕ ਇਹ ਪ੍ਰੋਗਰਾਮ ਦੇਖ ਰਹੇ ਹਨ ਉਹਨਾਂ ਦਾ ਲੋਟਸ TV ਤੇ ਨਿੱਘਾ ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਅੱਜ ਦੇ ਇਸ ਪ੍ਰੋਗਰਾਮ ਦੀ ਸੇਵਾ ਕੀਤੀ ਜਾ ਰਹੀ ਹੈ ਜੋ ਏਸ਼ੀਆ ਨਿਰਵਾਣਾ ਚੱਲੀ ਡੋਟਰ ਆਫ ਨਰੇਸ਼ ਚੱਲੀ ਤੇ ਉਹਨਾਂ ਗ੍ਰੈਂਡ ਡੋਟਰ ਸੁਰਿੰਦਰ ਚੱਲੀ ਤੇ ਸ਼੍ਰੀਮਤੀ ਸਤਿਆ ਚੱਲੀ ਜੀ ਵੱਲੋਂ ਕਰਵਾਈ ਜਾ ਰਹੀ ਹੈ ਤੇ ਲੋਟਸ TV ਵੱਲੋਂ ਉਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਤੇ ਸਾਡੇ ਵੱਲੋਂ ਉਸ ਪਰਿਵਾਰ ਦੇ ਲਈ ਮੰਗਲ ਕਾਮਨਾ ਕੀਤੀ ਜਾਂਦੀ ਹੈ। ਤੇ ਸਭ ਤੋਂ ਪਹਿਲਾਂ ਪ੍ਰੋਗਰਾਮ ਦਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਅੱਜ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇਸ ਮਹੀਨੇ ਦੇ ਵਿੱਚ ਡਾਕਟਰ BR ਅੰਬੇਡਕਰ ਭਾਰਤ ਰਤਨ ਵਿਸ਼ਵ ਰਤਨ ਜਿਨ੍ਹਾਂ ਦਾ 125ਵਾਂ ਬਰਥ ਜਿਹੜੀ ਹੈ ਐਨਵਰਸਰੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਈ ਜਾ ਰਹੀ ਹੈ ਤੇ ਅਜੇ ਤੱਕ ਬਹੁਤ ਥਾਵਾਂ 'ਤੇ ਮਨਾਈ ਜਾ ਚੁੱਕੀ ਹੈ ਤੇ ਮਨਾਈ ਜਾ ਰਹੀ ਹੈ। ਤੇ ਅੱਜ ਇਟਲੀ ਦੇ ਵਿੱਚ ਜੋ ਇਹ ਪ੍ਰੋਗਰਾਮ ਇਟਲੀ ਬਰਗਾਮੋ ਦੇ ਵਿੱਚ ਗੁਰੂ ਰਵਿਦਾਸ ਧਾਮ ਗਰਲਾਗੋ ਦੇ ਵਿੱਚ ਅੱਜ ਬਾਬਾ ਸਾਹਿਬ ਅੰਬੇਡਕਰ ਜੀ ਦਾ 125ਵਾਂ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਲੋਟਸ ਦੇ ਮੈਂਬਰ ਅਤੇ ਡਾਕਟਰ BR ਅੰਬੇਡਕਰ ਕਮੇਟੀ ਗ੍ਰੇਟ ਬ੍ਰਿਟੇਨ ਵੱਲੋਂ ਸ਼੍ਰੀ ਸੁਰਿੰਦਰ ਚੱਲੀ ਜੀ ਖਾਸ ਮਹਿਮਾਨ ਦੇ ਤੌਰ 'ਤੇ ਉੱਥੇ ਗਏ ਹੋਏ ਹਨ ਤੇ ਉਹਨਾਂ ਦੇ ਨਾਲ ਮਿਸਟਰ ਰਾਮ ਚਾਹਲ ਜੋ ਕਿ ਆਪਣੇ ਪੰਜਾਬ ਟੈਲੀਗ੍ਰਾਫ ਵੀਕਲੀ ਦੇ ਮੁੱਖ ਸੰਪਾਦਕ ਹਨ ਉਹ ਵੀ ਉਹਨਾਂ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਹਨ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਜਿੰਨੇ ਵੀ ਵਿਅਕਤੀ ਉੱਥੇ ਜਾ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹਨ ਤੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਦਿਓ। ਤੇ ਪ੍ਰੋਗਰਾਮ ਜਿਸ ਤਰ੍ਹਾਂ ਅਸੀਂ ਇਹ ਮਹੀਨਾ ਜਿਹੜਾ ਹੈ ਮਈ ਦਾ ਮਹੀਨਾ ਤਥਾਗਤ ਬੁੱਧ ਉਹਨਾਂ ਦੇ ਜਨਮ ਤੋਂ ਲੱਗ ਕੇ ਅਸੀਂ ਸਿਧਾਰਥ ਗੌਤਮ ਤੋਂ ਸ਼ੁਰੂ ਕਰਕੇ ਉਹਨਾਂ ਦੀਆਂ ਧੰਮ ਉਹਨਾਂ ਦਾ ਗਿਆਨ ਉਹਨਾਂ ਦੀਆਂ ਦੀਕਸ਼ਾਵਾਂ ਉਹਨਾਂ ਦੀ ਸਾਰੀ ਜਿਹੜੀ ਹੈ ਅਸੀਂ ਇਹ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਸਾਰੀ ਜਿਹੜੀ ਚਰਚਾ ਕੀਤੀ ਹੈ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਉਸ ਚਰਚਾ ਨੂੰ ਅਸੀਂ ਤਥਾਗਤ ਭਗਵਾਨ ਬੁੱਧ ਜਿਹੜੇ ਹਨ ਉਹਨਾਂ ਨੇ ਜਿਸ ਤਰ੍ਹਾਂ ਪਿਛਲੇ ਹਫ਼ਤੇ ਅਸੀਂ ਉਹਨਾਂ ਦੇ ਧਰਮ ਧੰਮ ਤੇ ਅਧਰਮ ਜਿਹੜੇ 3 ਹਿੱਸਿਆਂ ਦੇ ਵਿੱਚ ਉਹਨੇ ਆਪਣੇ ਧੰਮ ਦੀ ਗੱਲ ਕੀਤੀ ਹੈ ਉਹਨਾਂ ਦੇ ਵਿੱਚ ਚਰਚਾ ਕੀਤੀ ਸੀ ਤੇ ਜਿਸ ਤਰ੍ਹਾਂ ਮੇਰੇ ਨਾਲ ਇਸ ਚਰਚਾ ਦੇ ਵਿੱਚ ਹਿੱਸਾ ਲੈ ਰਹੇ ਹਨ ਮੇਰੇ ਜਿਹੜੇ ਮਹਿਮਾਨ ਹਨ ਸ਼੍ਰੀ ਦੇਵ ਸੁਮਨ ਜੀ ਮੇਰੇ ਨਾਲ ਹਿੱਸਾ ਲੈਣ ਲਈ ਸਟੂਡੀਓ ਦੇ ਵਿੱਚ ਹਾਜ਼ਰ ਹਨ। ਦੇਵ ਸੁਮਨ ਜੀ ਤੁਹਾਡਾ ਨਿੱਘਾ ਸਵਾਗਤ ਹੈ ਲੋਟਸ TV ਤੇ। ਥੈਂਕ ਯੂ ਰੇਖਾ ਜੀ। ਸਭ ਤੋਂ ਪਹਿਲਾਂ ਮੈਂ ਯੂਕੇ ਯੂਰਪ ਅਤੇ ਦੁਨੀਆ ਭਰ ਦੇ ਵਿੱਚ DM ਗਲੋਬਲ ਦੇ ਮਾਧਿਅਮ ਤੋਂ ਜਿੱਥੇ ਵੀ ਸੰਸਾਰ ਭਰ ਦੇ ਵਿੱਚ ਲੋਟਸ TV ਦੇਖ ਰਹੇ ਦਰਸ਼ਕਾਂ ਨੂੰ ਨਮੋ ਬੁੱਧਾ ਜੈ ਭੀਮ ਜੈ ਭਾਰਤ। ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਲੋਟਸ TV ਤੇ ਦੇਵ ਸੁਮਨ ਜੀ। ਤੇ ਜਿਸ ਤਰ੍ਹਾਂ ਅਸੀਂ ਪਿਛਲੇ ਹਫ਼ਤੇ ਤਥਾਗਤ ਬੁੱਧ ਉਹਨਾਂ ਦੇ ਦੁਆਰਾ ਦੱਸੇ ਹੋਏ ਧੰਮ ਦਾ ਉਹਨਾਂ ਦੇ ਧੰਮ ਦਾ ਵਰਗੀਕਰਨ ਹਿੱਸਿਆਂ ਦੇ ਵਿੱਚ ਜੋ ਕੀਤਾ ਗਿਆ ਸੀ ਉਸ 'ਤੇ ਆਪਾਂ ਗੱਲ ਚਰਚਾ ਕੀਤੀ ਸੀ ਤੇ ਤੁਸੀਂ ਉਸ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਦੇ ਧੰਮ ਦੀ ਗੱਲ ਕੀਤੀ ਸੀ 7 ਧੰਮ ਦੀ ਗੱਲ ਕੀਤੀ ਸੀ ਤੇ ਸਾਡਾ ਜਿਹੜਾ ਹਿੱਸਾ ਅਧਰਮ ਵਾਲਾ ਸੀ ਕਿਸ ਤਰ੍ਹਾਂ ਉਹਨਾਂ ਨੇ ਉਸ 'ਤੇ ਵੀ ਆਪਣੀ ਜਿਹੜੀ ਵਿਆਖਿਆ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਸੀ ਤੇ ਉਸ ਬਾਰੇ ਤੁਸੀਂ ਆਪਣੀ ਜਿਹੜੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਉਪਾਸਕਾਂ ਦੇ ਨਾਲ ਸ਼ੇਅਰ ਕਰੋਗੇ। ਥੈਂਕ ਯੂ ਰੇਖਾ ਜੀ। ਜਿਸ ਤਰ੍ਹਾਂ ਰੇਖਾ ਜੀ ਤੁਸੀਂ ਦੱਸਿਆ ਕਿ ਜਿਹੜਾ ਮਈ ਦਾ ਮਹੀਨਾ ਆ ਆਪਾਂ ਸਿਧਾਰਥ ਗੌਤਮ ਤੋਂ ਗੌਤਮ ਬੁੱਧ ਤੇ ਉਦੋਂ ਬਾਅਦ ਉਹਨਾਂ ਦਾ ਧੰਮ ਤੇ ਉਹਨਾਂ ਦੀਆਂ ਦੀਕਸ਼ਾਵਾਂ ਉਹਨਾਂ ਦੇ ਉਪਾਸਕ ਜਿਹੜੇ ਬਣੇ ਆ ਤੇ ਸੰਘ ਬਣਿਆ ਇਸ 'ਤੇ ਚਰਚਾ ਕਰਦੇ ਸੀ ਤੇ ਹੁਣ ਆਪਾਂ ਧੰਮ ਦੀ ਚਰਚਾ ਪਿਛਲੇ ਵੈਨਸਡੇ ਆਪਾਂ ਸ਼ੁਰੂ ਕੀਤੀ ਸੀ ਤੇ ਧੰਮ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਉਹਨਾਂ ਨੇ ਧੰਮ ਨੂੰ 3 ਪਾਰਟਾਂ ਦੇ ਵਿੱਚ ਵਿਆਖਿਆ ਕੀਤੀ ਆ ਧਰਮ
ਧਰਮ ਤੇ ਸਤ ਧਰਮ। ਤੇ ਆਪਾਂ ਧਰਮ ਬਾਰੇ ਗੱਲ ਕਰਦੇ ਸੀ। ਹੁਣ ਇੱਕ ਹੈ ਕਿ ਲੋਕ ਜਿਹੜੇ ਮੰਨਦੇ ਆ ਕਿ ਉਹਨਾਂ ਦੇ ਵਿਆਖਿਆ ਤਥਾਗਤ ਬੁੱਧ ਨੇ ਕੀਤੀ ਕਿ ਲੋਕ ਕਈ ਵਾਰੀ ਆਪਣੇ ਅਸਲੀ ਮੁੱਦੇ ਤੋਂ ਹਟ ਕੇ ਤੇ ਉਹ ਭਟਕ ਜਾਂਦੇ ਆ, ਤੇ ਜਿਹੜਾ ਕਿ ਉਹਨਾਂ ਤਥਾਗਤ ਬੁੱਧ ਕਹਿੰਦੇ ਉਹ ਧਰਮ ਹੈ। ਤੇ ਧਰਮ ਜਿਸ ਤਰ੍ਹਾਂ ਕਿ ਕੋਈ ਚੀਜ਼ ਹੈਪਨ ਹੁੰਦੀ ਆ, ਤਥਾਗਤ ਬੁੱਧ ਕਹਿੰਦੇ ਆ ਕੋਈ ਵੀ ਚੀਜ਼ ਹੈ ਉਹ ਕੋਜ਼ ਐਂਡ ਇਫੈਕਟ, ਕਾਰਜ ਜਾਂ ਕੰਮ। ਜੇ ਕਾਰਜ ਆ ਤਾਂ ਕੰਮ ਆ, ਕੰਮ ਤਾਂ ਉਹਦਾ ਕਾਰਜ ਆ। ਤੇ ਇਹਨਾਂ ਚੀਜ਼ਾਂ ਨੂੰ ਨਾ ਮੰਨਣਾ ਤਥਾਗਤ ਬੁੱਧ ਕਹਿੰਦੇ ਆ ਇਹ ਅਧਰਮ ਆ, ਕਿਉਂਕਿ ਉਹ ਕਹਿੰਦੇ ਵੀ ਕੋਈ ਵੀ ਚੀਜ਼ ਦੁਨੀਆ 'ਤੇ ਹੈਪਨ ਹੁੰਦੀ ਆ ਉਹਦਾ ਕਾਰਨ ਆ। ਤੇ ਜਿੱਦਾਂ ਕਈ ਵਾਰੀ ਅਸੀਂ ਕਾਰਨ ਸਾਡੇ ਤੋਂ ਬਹੁਤ ਦੂਰ, ਅਸੀਂ ਉਹਦੀ ਖੋਜ ਨਹੀਂ ਕਰ ਸਕਦੇ, ਅਸੀਂ ਉਹਨੂੰ ਇੱਕ ਮਿਰੇਕਲ ਕਹਿੰਦੇ ਕਿ ਚਮਤਕਾਰ ਹੈ। ਤਥਾਗਤ ਕਹਿੰਦੇ ਕਿ ਦੁਨੀਆ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਚਮਤਕਾਰ ਵਾਲੀ ਗੱਲ ਨਹੀਂ, ਚਮਤਕਾਰਾਂ ਨੂੰ ਮੰਨਣਾ ਧਰਮ ਹੈ। ਤੇ ਉਹਦੇ ਨਾਲ ਹੀ ਫਿਰ ਉਹ ਕਹਿੰਦੇ ਆ ਕਿ ਸਿਰਫ ਧਾਰਮਿਕ ਕਿਤਾਬਾਂ ਜਿਹੜੀਆਂ ਆ ਉਹਨਾਂ ਦਾ ਸਿਰਫ ਪਾਠ ਕਰ ਲੈਣਾ ਹੀ ਉਹ ਨਹੀਂ ਹੈ, ਉਹਨਾਂ ਦਾ ਸਿਰਫ ਪਾਠ ਕਰਨਾ ਜਿਹੜਾ ਆ ਉਹ ਵੀ ਅਧਰਮ ਆ। ਉਹਨਾਂ 'ਤੇ ਆਪਾਂ ਨੂੰ ਚੱਲਣਾ ਪੈਣਾ, ਉਹਨੂੰ ਉਹ ਜੋ ਸਿੱਖਿਆਵਾਂ ਆ ਉਹਨਾਂ 'ਤੇ ਚੱਲਣਾ। ਧਾਰਮਿਕ ਕਿਤਾਬ ਤਾਂ ਹਰ ਕੋਈ ਪੜ੍ਹ ਸਕਦਾ, ਲੇਕਿਨ ਉਹਨੂੰ ਆਪਣੇ ਅੰਦਰ ਧਾਰਨ ਕਰਨਾ ਉਹ ਧਰਮ ਬਣਦਾ, ਨਹੀਂ ਤਾਂ ਉਹ ਧਰਮ ਹੈ। ਤੇ ਜਾਂ ਫਿਰ ਕਈਆਂ ਦੇ ਵਿੱਚ ਹੈ ਕਿ ਜੱਗ ਕਰਨੇ, ਬਲੀਆਂ ਦੇਣੀਆਂ, ਤਥਾਗਤ ਬੁੱਧ ਕਹਿੰਦੇ ਆ ਇਹ ਵੀ ਧਰਮ ਹੈ। ਇੱਥੇ ਤਥਾਗਤ ਬੁੱਧ ਜੀ ਦੇ ਬਹੁਤ ਸੋਹਣੀ ਉਹਨਾਂ ਦੀ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹਾਂ ਕਿ ਇਸੇ ਤਰ੍ਹਾਂ ਮਤਲਬ ਤਥਾਗਤ ਬੁੱਧ ਦੇ ਸੰਘ ਦੇ ਵਿੱਚ ਇੱਕ ਬਹੁਤ ਹੀ ਬਜ਼ੁਰਗ ਭਿਕਸ਼ੂ ਪਟੇਸ਼ਨ ਸੀ, ਜਿਨ੍ਹਾਂ ਦੀ ਯਾਦਾਸ਼ਤ ਇੰਨੀ ਵਧੀਆ ਨਹੀਂ ਸੀ। ਤੇ ਬਾਕੀ ਦੇ ਭਿਕਸ਼ੂ ਜਿਹੜੇ ਸੀ ਉਹਨਾਂ ਦੀ ਡਿਊਟੀ ਲਾਈ ਤਥਾਗਤ ਬੁੱਧ ਨੇ ਕਿ ਇਹਨਾਂ ਨੂੰ ਤੁਸੀਂ ਇਹ ਜਿਹੜੀਆਂ ਗਾਥਾਵਾਂ ਆ ਇਹਨਾਂ ਦਾ ਇਹ ਸਿਖਾਵੋ। ਤੇ ਲੇਕਿਨ ਉਹ ਬਹੁਤ ਜ਼ੋਰ ਲਾਇਆ, ਉਹਨਾਂ ਤੋਂ ਨਹੀਂ ਸਕਦੇ। ਦੂਸਰੇ ਜਿਹੜੇ ਭਿੱਖੂਆਂ ਸੀ ਉਹਨਾਂ ਦਾ ਮਜ਼ਾਕ ਉਠਾਉਂਦੇ ਸੀ, ਦੇਖੋ ਜੀ ਪਟੇਸ਼ਨ ਨੂੰ ਇਹਨਾਂ ਨੂੰ ਸਿਖਾ ਰਹੇ, ਇਹਨਾਂ ਦੇ ਕੋਈ ਸਮਝ ਨਹੀਂ ਪੈ ਰਹੀ। ਤਾਂ ਇੱਕ ਦਿਨ ਫਿਰ ਤਥਾਗਤ ਬੁੱਧ ਨੂੰ ਉਹਨਾਂ 'ਤੇ ਬੜੀ ਕਰੁਣਾ ਆਈ ਕਿ ਮੈਂ ਇਹਨੂੰ ਕੁਛ ਨਾ ਕੁਛ ਚੰਗੀ ਤਰ੍ਹਾਂ ਸਮਝਾਵਾਂ। ਤੇ ਉਹਨਾਂ ਨੇ ਫਿਰ ਉਹਨੂੰ ਦੱਸਿਆ ਕਿ ਸਿਰਫ ਪੜ੍ਹਨ ਦੇ ਨਾਲ ਹੀ ਨਹੀਂ, ਤੇ ਇਹਨਾਂ ਨੂੰ ਧਾਰਨ ਕਰਨ ਦੇ ਨਾਲ ਫਿਰ ਤੁਸੀਂ ਉਹਨੂੰ ਯਾਦ ਕਰ ਸਕਦੇ ਆ। ਜਦ ਤੁਸੀਂ ਆਪ ਕਰਦੇ ਆ ਨਾ ਫਿਰ ਆਪਣੇ ਆਪ ਯਾਦ ਵੀ ਹੁੰਦੀ ਆ। ਤੇ ਉਹਨਾਂ ਨੇ ਫਿਰ ਉਹਨਾਂ ਨੂੰ ਗਾਥਾ ਸੁਣਾਈ, ਪਟੇਸ਼ਨ ਘਬਰਾ ਨਾ, ਮੈਂ ਤੁਹਾਨੂੰ ਸਿਖਾਉਣਾ ਆ। ਤੇ ਉੱਥੇ ਮੈਂ ਇੱਕ ਗਾਥਾ ਜਿਹੜੀ ਉਹਨਾਂ ਨੂੰ ਸਿਖਾਈ, ਕਿੰਨੀ ਸੋਹਣੀ, ਮਤਲਬ ਮੈਨੂੰ ਬਹੁਤ ਵਧੀਆ, ਜਦੋਂ ਵੀ ਮੈਂ ਪੜ੍ਹਦਾ ਆ ਤੇ ਮੈਨੂੰ ਵਧੀਆ ਲੱਗਦੀ ਆ। ਉਹ ਕੀ ਕਹਿੰਦੇ ਆ, ਉਨਕਾ ਹੈ ਕਾਇਨ ਸਮਰੋ ਸਾਧੋ, ਸਾਧੋ ਵਾਚਾ ਸਮਰੋ, ਮਨਸਾ ਸਮਰੋ ਸਾਧੋ, ਸਾਧੋ ਸਭ ਤਬ ਸਮਰੋ। ਫਿਰ ਕੀ ਕਹਿੰਦੇ ਆ, ਸਵਤ ਸਵੰਤੋ ਭਿਕਸ਼ਾ ਸਭ ਦੁੱਖ ਪਮੁਚਤੀ। ਮਤਲਬ ਕਿ ਪਹਿਲਾਂ ਆਪਣੇ ਕਾਇਆ ਨੂੰ ਪਿਓਰੀਫਾਈ ਯੂਰ ਬੋਡੀ, ਫਿਰ ਕਹਿੰਦੇ ਆ ਵਾਚਾ ਪਿਓਰੀਫਾਈ ਯੂਰ ਸਪੀਚ, ਸ਼ੁੱਧ ਬਾਣੀ। ਬਿਲਕੁਲ। ਤੇ ਨਾਲ ਫਿਰ ਉਹ ਕਹਿੰਦੇ ਆ ਮਨਸਾ ਪਿਓਰੀਫਾਈ ਯੂਰ ਮਾਈਂਡ। ਤਾਂ ਫਿਰ ਕਹਿੰਦੇ ਇਹ ਸਭ ਕੁਛ ਜਦੋਂ ਤੁਸੀਂ ਇਹਨੂੰ ਪਿਓਰੀਫਾਈ ਕਰ ਲੈਂਦੇ ਆ ਤਾਂ ਫਿਰ ਕਹਿੰਦੇ ਆ ਸਵਤ ਸਵੰਤੋ ਭਿਕਸ਼ੂ। ਜਦੋਂ ਇਹ ਸਾਰਾ ਕੁਝ ਸਮਝ ਜਾਂਦਾ ਆ ਤਾਂ ਫਿਰ ਸਾਰੇ ਦੁੱਖਾਂ ਦੀ ਮੁਕਤੀ ਹੋ ਜਾਂਦੀ ਹੈ, ਦੁੱਖ ਮੁੱਕ ਜਾਂਦੇ ਨੇ, ਦੁੱਖਾਂ ਦਾ ਨਾਸ਼ ਹੋ ਜਾਂਦਾ, ਸਭ ਦੁੱਖ ਪਮੁਚਤੀ। ਤਾਂ ਇਸ ਤਰ੍ਹਾਂ ਤਥਾਗਤ ਨੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਇਹ ਗਾਥਾ ਸਮਝਾਈ। ਤਾਂ ਉਹਨੂੰ ਫਿਰ ਇਹ ਜਿਹੜੀ ਮੈਂ ਇੱਥੇ ਜ਼ਰੂਰ ਦੱਸਣਾ ਚਾਹਾਂਗਾ, ਕਾਇਆ ਸਮਰੋ। ਤਥਾਗਤ ਬੁੱਧ ਨੇ ਉਹਨਾਂ ਨੂੰ ਕਿਹਾ ਹੈ ਕਿ ਕਾਇਆ ਦੇ ਜੋ ਤਿੰਨ ਬੁਰੇ ਕਰਮ ਕਾਇਆ ਵੱਲ ਤੋਂ ਹੁੰਦੇ ਆ। ਫਿਰ ਕਹਿੰਦੇ ਚਾਰ ਮਨ ਦੇ ਜੋ ਕਰਮ ਬੁਰੇ, ਬਾਣੀ ਦੇ ਚਾਰ ਕਰਮ ਬੁਰੇ ਹੁੰਦੇ ਆ। ਤਾਂ ਫਿਰ ਉਹ ਕਹਿੰਦੇ ਆ ਕਿ ਤਿੰਨ ਬੁਰੇ ਕੰਮ ਜਿਹੜੇ ਆ ਮਨ ਦੇ ਹੁੰਦੇ ਆ, ਇਹ ਕੁੱਲ 10 ਜਿਹੜੇ ਬੁਰੇ ਕੰਮ ਆ, ਇਹਨਾਂ ਨੂੰ ਤੁਸੀਂ ਮਤਲਬ ਨਾ ਕਰਨਾ, ਇਹਨਾਂ ਨੂੰ ਸੰਵਰਨਾ, ਤਾਂ ਤੁਹਾਡੇ ਦੁੱਖਾਂ ਦਾ ਨਸ਼ਟ ਹੋ ਸਕਦਾ। ਤੇ ਇਸ ਤਰ੍ਹਾਂ ਫਿਰ ਜਦੋਂ ਉਹਨਾਂ ਦੇ ਪਟੇਸ਼ਨ ਨੂੰ ਇਹ ਜਦੋਂ ਉਹਨਾਂ ਨੇ ਸੁਣਿਆ ਤੇ ਤਥਾਗਤ ਬੁੱਧ ਨੇ ਬੜੇ ਕਰੁਣਾਮਈ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਇਆ ਤੇ ਉਹਨਾਂ ਦੇ ਉਹ ਯਾਦ ਆ ਗਈ। ਤਾਂ ਹੁਣ ਇੱਕ ਵਾਰੀ ਇਸੇ ਤਰ੍ਹਾਂ ਉਹਨਾਂ ਨੂੰ ਜਦੋਂ ਰਾਜੇ ਨੇ ਉਹਨਾਂ ਨੂੰ ਤਥਾਗਤ ਬੁੱਧ ਨੂੰ ਤੇ ਭਿੱਖੂ ਸੰਘ ਨੂੰ ਆਪਣੇ ਰਾਜ ਦਰਬਾਰ ਦੇ ਵਿੱਚ ਭੋਜਨ ਲਈ ਸੱਦਾ ਦਿੱਤਾ, ਤਾਂ ਇਹਨਾਂ ਨੇ ਭਿੱਖੂ ਪਟੇਸ਼ਨ ਨੂੰ ਕਿਹਾ ਕਿ ਤੁਸੀਂ ਉੱਥੇ ਜਾ ਕੇ ਜਾਣਾ। ਤੇ ਬਾਕੀ ਦੇ ਭਿੱਖਣ ਜਿਹੜੀਆਂ ਸੀਗੀਆਂ ਤੇ ਉਹ ਸਾਰੇ ਦੇਖਦੇ ਸੀ ਇਹਨੂੰ ਕੀ ਯਾਦ ਹੈ। ਹਾਂਜੀ, ਉਹ ਜਿਸ ਤਰ੍ਹਾਂ ਉਹਨਾਂ ਦੀ। ਤੇ ਜਦੋਂ ਫਿਰ ਉਹਨਾਂ ਨੇ ਪਟੇਸ਼ਨ ਨੇ ਫਿਰ ਉੱਥੇ ਜਦੋਂ ਖਾਣਾ ਖਾਣ ਤੋਂ ਬਾਅਦ ਜਿਹੜੇ ਉਪਦੇਸ਼ ਦਿੱਤੇ ਤੇ ਉਹ ਸਾਰੇ ਭਿੱਖੂਆਂ ਜਿਹੜੇ ਹੈਰਾਨ ਰਹਿ ਗਏ ਕਿ ਵੀ ਪਟੇਸ਼ਨ ਨੇ ਯਾਦ ਕਰ ਲਿਆ। ਇਹਦਾ ਮਤਲਬ ਹੈ ਕਿ ਉਹ ਸਿਰਫ ਬੁੱਕਾਂ ਕਿਤਾਬਾਂ ਪੜ੍ਹ ਕੇ ਹੀ ਨਹੀਂ, ਉਹਨੂੰ ਧਾਰਨ ਕਰਕੇ ਤਾਂ ਫਿਰ ਕਹਿੰਦੇ ਆ ਕਿ ਫਿਰ ਧਰਮ ਬਣਦਾ, ਨਹੀਂ ਤਾਂ ਤੁਸੀਂ ਅਧਰਮ ਆ।
ਤੇ ਇੱਥੇ ਮੈਂ ਜ਼ਰੂਰ ਕਹਾਂ ਕਿ ਤਥਾਗਤ ਹਮੇਸ਼ਾ ਹੀ ਵਿਦਿਆ ਦੀ ਗੱਲ ਕਰਦੇ ਆ। ਉਹਨਾਂ ਨੇ ਵਿਦਿਆ 'ਤੇ ਜ਼ਿਆਦਾ ਜ਼ੋਰ ਦਿੱਤਾ। ਉਹ ਕਹਿੰਦੇ ਆ ਕਿ ਵਿਦਿਆ ਬਹੁਤ ਹੀ ਜ਼ਰੂਰੀ ਹੈ ਤੇ ਨਾਲ ਵਿਦਿਆ ਦੇ ਸ਼ੀਲ ਜਿਹੜੇ ਆ ਬਹੁਤ ਜ਼ਰੂਰੀ ਆ। ਤਾਂ ਇਹ ਮਤਲਬ ਇਸ ਤਰ੍ਹਾਂ ਤਥਾਗਤ ਬੁੱਧ ਉਹਨਾਂ ਨੂੰ ਸਮਝਾਉਂਦੇ ਆ। ਤੇ ਇਹ ਇੱਥੇ ਫਿਰ ਉਹ ਕਹਿੰਦੇ ਆ ਕਿ ਕਈ ਵਾਰੀ ਅਸੀਂ ਕੀ ਕਹਿੰਦੇ ਆ ਕਿ ਧਾਰਮਿਕ ਕਿਤਾਬਾਂ 'ਤੇ ਕੋਈ ਸ਼ੰਕਾ ਨਹੀਂ ਕਰਦੇ ਵੀ ਉਹਨਾਂ ਦੇ ਵਿੱਚ ਕੋਈ ਨੁਕਸ ਹੋ ਹੀ ਨਹੀਂ ਸਕਦਾ। ਕਿ ਧਾਰਮਿਕ ਕਿਤਾਬਾਂ ਨੂੰ ਬਿਨਾਂ ਗਲਤੀ ਦੀ ਸੰਭਾਵਨਾ ਮੰਨਣਾ ਇਹ ਵੀ ਅਧਰਮ ਹੈ। ਤਥਾਗਤ ਬੁੱਧ ਕਹਿੰਦੇ ਆ ਕਿ ਉਹਨੂੰ ਖੋਜ ਕਰੋ, ਉਹਨੂੰ ਅੱਖਾਂ ਬੰਦ ਕਰਕੇ ਮੰਨ ਨਾ ਲਓ। ਉਹ ਜੋ ਕੁਝ ਲਿਖਿਆ ਹੈ ਉਹਦੀ ਖੋਜ ਕਰੋ, ਪੜ੍ਹ ਕੇ ਉਹਨੂੰ ਐਨਾਲਾਈਜ਼ ਕਰੋ ਕਿ ਇਹ ਗੱਲ ਠੀਕ ਹੈ। ਤਾਂ ਇੱਥੇ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਗੱਲ ਕਰੂੰਗਾ ਕਿ ਕਲਾਮ ਸੁੱਤ ਜੋ ਤਥਾਗਤ ਬੁੱਧ ਦੇ ਕਲਾਮ ਸੁੱਤ ਦੀ ਮੈਂ ਜ਼ਰੂਰ ਗੱਲ ਕਰਾਂਗਾ ਕਿ ਕਲਾਮ ਸੁੱਤ ਕਿ ਇਸੇ ਤਰ੍ਹਾਂ ਤਥਾਗਤ ਬੁੱਧ ਜਿਹੜੇ ਆ ਕੌਸ਼ਲ ਜਨਪਦ ਦੇ ਵਿੱਚ ਗਏ ਸੀ ਤੇ ਉੱਥੇ ਇੱਕ ਸ਼ਹਿਰ ਸੀਗਾ, ਸ਼ਹਿਰ ਦੇ ਨਾਂ ਕੇਸ ਪੁੱਤਿਆ ਸ਼ਹਿਰ ਦੇ ਵਿੱਚ ਉਹ ਗਏ ਸੀ। ਤਾਂ ਉਸ ਦੇ ਵਿੱਚ ਇੱਕ ਬਸਤੀ ਸੀਗੀ, ਕਲਾਮ ਬ੍ਰਾਹਮਣਾਂ ਦੀ ਬਸਤੀ ਸੀਗੀ। ਬਿਲਕੁਲ। ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹ ਤਥਾਗਤ ਬੁੱਧ ਨੂੰ ਮਿਲਣ ਜਾਂਦੇ ਆ ਤੇ ਉਹ ਉਹਨਾਂ ਨੂੰ ਪ੍ਰਣਾਮ ਕਰਕੇ ਤਾਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਤਥਾਗਤ ਵੀ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਸ਼ਹਿਰ ਦੇ ਵਿੱਚ, ਸਾਡੇ ਪਿੰਡ ਦੇ ਵਿੱਚ ਜੋ ਕੁਛ ਲੋਕ ਬ੍ਰਾਹਮਣ ਆਉਂਦੇ ਆ, ਉਹ ਕਹਿੰਦੇ ਵੀ ਸਾਡਾ ਧਰਮ ਚੰਗਾ ਆ, ਦੂਸਰਿਆਂ ਦੀ ਨਿਖੇਧੀ ਕਰਦੇ ਆ। ਕੁਛ ਫੇਰ ਆਉਂਦੇ ਉਹ ਕਹਿੰਦੇ ਸਾਡਾ ਚੰਗਾ ਆ, ਦੂਸਰਿਆਂ ਦੀ ਨਿਖੇਧੀ ਕਰਦੇ ਆ। ਕੁਛ ਕਹਿੰਦੇ ਆ ਕਿ ਸਾਡਾ ਚੰਗਾ ਆ, ਜਿਹੜਾ ਸਾਡਾ ਮਤ ਆ ਉਹ ਸਭ ਤੋਂ ਵਧੀਆ ਆ, ਦੂਸਰਿਆਂ ਦੀ ਨਿਖੇਧੀ ਕਰਦੇ ਆ। ਵੀ ਸਾਨੂੰ ਸਮਝ ਨਹੀਂ ਲੱਗਦੀ ਵੀ ਅਸੀਂ ਕਿਸ ਮਤ ਨੂੰ ਮੰਨੀਏ। ਤਾਂ ਇਹ ਫਿਰ ਤਥਾਗਤ ਉਹਨਾਂ ਨੂੰ ਦੱਸਦੇ ਆ ਕਿ ਵੀ ਕਿ ਇਹ ਆ ਕਿ ਤੁਸੀਂ, ਮੈਂ ਤੁਹਾਨੂੰ ਇੱਕ ਬੜੇ ਕਰਨਾਮਾਈ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਉਂਦੇ ਆ ਕਿ ਇਹ ਕਲਾਮੋ ਕਿ ਤੁਸੀਂ ਕਿਸੇ ਗੱਲ ਨੂੰ ਸਿਰਫ ਇਸ ਕਰਕੇ ਨਾ ਮੰਨੋ ਕਿ ਉਹ ਤੁਹਾਡੇ ਸੁਣਨ ਵਿੱਚ ਆਈ ਆ। ਕਈ ਵਾਰੀ ਆਪਣੇ ਹੁੰਦਾ ਕਿ ਸੁਣਨ ਸੁਣਾਈ ਗੱਲਾਂ ਦੇ ਵਿੱਚ ਆਪਾਂ ਵਿਸ਼ਵਾਸ ਕਰ ਬੈਠੇ ਆ। ਤਾਂ ਫਿਰ ਕਹਿੰਦੇ ਆ ਕਿ ਸਿਰਫ ਇਸ ਕਰਕੇ ਨਾ ਮੰਨੋ ਕਿ ਉਹ ਪਹਿਲਾਂ ਤੋਂ ਚੱਲੀ ਆਈ ਆ। ਕਈ ਵਾਰੀ ਆਪਾਂ ਪਹਿਲਾਂ ਕੋਈ ਰੀਤ ਚੱਲੀ ਆਈ ਉਹਨੂੰ ਆਪਾਂ ਕਰਦੇ, ਲੇਕਿਨ ਉਹਦਾ ਕਾਰਨ ਨਹੀਂ ਸਮਝਦੇ ਵੀ ਕਿਉਂ ਕਰਦੇ ਹੈ ਨਾ। ਅਤੇ ਇਸੇ ਤਰ੍ਹਾਂ ਫਿਰ ਉਹ ਕਹਿੰਦੇ ਆ ਕਿ ਸਿਰਫ ਕਿਸੇ ਗੱਲ ਨੂੰ ਇਸ ਕਰਕੇ ਹੀ ਨਾ ਮੰਨੋ ਕਿ ਉਸ ਨੂੰ ਬਹੁਤ ਸਾਰੇ ਲੋਕ ਮੰਨਦੇ ਆ। ਕਿ ਆਪਾਂ ਕਈ ਵਾਰੀ ਕਹਿ ਨਹੀਂ ਦਿੰਦੇ ਕਿ ਉਹ ਵੀ ਮੰਨਦੇ ਆ, ਉਹ ਵੀ ਮੰਨਦੇ, ਆਪਾਂ ਵੀ ਕਹਿੰਦਾ ਇੱਦਾਂ ਨਹੀਂ। ਸਿਰਫ ਇਸ ਕਰਕੇ ਹੀ ਨਾ ਮੰਨੋ ਕਿ ਉਹ ਧਾਰਮਿਕ ਗ੍ਰੰਥਾਂ ਵਿੱਚ ਲਿਖੀ ਹੋਈ ਹੈ। ਸਿਰਫ ਇਸ ਕਰਕੇ ਨਾ ਮੰਨੋ ਕਿ ਉਹ ਕਿਸੇ ਸਤਿਕਾਰਯੋਗ ਆਚਾਰੀਆ ਜਾਂ ਧਰਮ ਗੁਰੂ ਜਾਂ ਧੰਮ ਸ਼ਾਸਤਰੀ ਵੱਲੋਂ ਲਿਖੀ ਗਈ ਹੈ। ਕਹਿੰਦਾ ਇਸ ਕਰਕੇ ਨਾ ਮੰਨੋ। ਸਿਰਫ ਇਸ ਕਰਕੇ ਨਾ ਮੰਨੋ ਕਿ ਸ਼ਾਸਤਰਾਂ ਦੇ ਅਸਾਰ ਹੈ। ਇਸ ਕਰਕੇ ਨਾ ਮੰਨੋ ਕਿ ਉੱਪਰੋਂ ਸੱਚੀ ਲੱਗਦੀ ਹੈ। ਅਤੇ ਤਥਾਗਤ ਨੂੰ ਪੁੱਛਦੇ ਆ ਕਿ ਇਹ ਤਥਾਗਤ ਫਿਰ ਸਾਨੂੰ ਮੰਨਣਾ ਕੀ ਚਾਹੀਦਾ ਹੈ। ਬਿਲਕੁਲ। ਅਤੇ ਤਥਾਗਤ ਕਹਿੰਦੇ ਆ ਕਿ ਉਹ ਹੇ ਕਲਾਮੋ, ਤੁਹਾਨੇ ਆਪਣੇ ਆਪ ਨੂੰ ਸਵਾਲ ਕਰੋ। ਆਪਣੇ ਆਪ ਉਹਨਾਂ ਨੂੰ ਉਹ ਜਿਹੜੇ ਸਵਾਲ, ਇਹ ਜਿਹੜੀਆਂ ਗੱਲਾਂ ਮੈਂ ਦੱਸੀਆਂ, ਇਹਨੂੰ ਆਪਣੀ ਕਸੌਟੀ 'ਤੇ ਫਰਕੋ, ਆਪਣੇ ਆਪ 'ਤੇ ਸਵਾਲ ਕਰੋ। ਅਤੇ ਉੱਥੇ ਫਿਰ ਉਹਨਾਂ ਨੂੰ ਦੱਸਦੇ ਆ ਕਿ ਕਿਹੜੀਆਂ ਗੱਲਾਂ ਜਿਹੜੀਆਂ ਆ ਸਾਨੂੰ ਕਰਨੀਆਂ ਚਾਹੀਦੀਆਂ ਆ, ਜਿਹੜੀਆਂ ਸਾਡੇ ਵਾਸਤੇ ਠੀਕ ਹੈ, ਜਿਹੜੀਆਂ ਨਹੀਂ ਠੀਕ ਆ, ਅਤੇ ਉਹਦੇ ਬਾਰੇ ਤੁਸੀਂ ਆਪਣੇ ਆਪ ਨੂੰ ਸਵਾਲ ਕਰੋ। ਫਿਰ ਉਹ ਕਹਿੰਦੇ ਆ ਕਿ ਕਿਹੜੀ ਗੱਲ ਵਿਦਵਾਨਾਂ ਵੱਲੋਂ ਮਨ੍ਹਾ ਹੈ, ਕਿਹੜੀ ਗੱਲ ਕਰਨ ਨਾਲ ਕਸ਼ਟ ਅਤੇ ਦੁੱਖ ਪੈਦਾ ਹੁੰਦਾ ਹੈ। ਕੀ ਕੋਈ ਤੁਸੀਂ ਚੀਜ਼ ਕਰਦੇ ਆ, ਕੋਈ ਮਤ ਨੂੰ ਮੰਨਦੇ ਆ, ਉਹਨਾਂ ਕਿਸੇ ਦੂਸਰੇ ਨੂੰ ਕਸ਼ਟ ਤਾਂ ਨਹੀਂ ਪੈਦਾ ਹੁੰਦਾ। ਸਿਰਫ ਇੰਨਾ ਹੀ ਨਹੀਂ, ਤੁਹਾਨੂੰ ਸੋਚਣਾ ਚਾਹੀਦਾ ਕਿ ਕੋਈ ਵੀ ਮਤ ਤ੍ਰਿਸ਼ਨਾ, ਨਫ਼ਰਤ, ਮੂਰਖਤਾ ਅਤੇ ਦਵੇਸ਼ ਭਾਵਨਾ ਨੂੰ ਬੜਾਵਾ ਤਾਂ ਨਹੀਂ ਦਿੰਦਾ। ਅਤੇ ਇੱਥੇ ਤਥਾਗਤ ਉਹਨਾਂ ਨੂੰ ਇਹ ਗੱਲ ਦੱਸਦੇ ਆ। ਅਤੇ ਉਹਦੇ ਨਾਲ ਫਿਰ ਕਹਿੰਦੇ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਕੋਈ ਵੀ ਮਤ ਵਿਸ਼ੇਸ਼ ਕਿਸੇ ਨੂੰ ਆਪਣੀਆਂ ਇੰਦਰੀਆਂ ਦਾ ਗੁਲਾਮ ਤਾਂ ਨਹੀਂ ਬਣਾਉਂਦਾ। ਮਤਲਬ ਆਪਣੀਆਂ ਇੰਦਰੀਆਂ 'ਤੇ ਕਾਬੂ ਰੱਖਣਾ ਚਾਹੀਦਾ ਹੈ। ਹਿੰਸਾ ਕਰਨ ਨੂੰ ਤਾਂ ਨਹੀਂ ਪ੍ਰੇਰਦਾ, ਚੋਰੀ ਕਰਨ ਨੂੰ ਤਾਂ ਨਹੀਂ ਪ੍ਰੇਰਦਾ, ਕਾਮ ਭੋਗਾਂ ਦੀ ਸੰਬੰਧੀ ਕੁਕਰਮ ਵਿੱਚ ਤਾਂ ਨਹੀਂ ਲਾਉਂਦਾ ਤੁਹਾਨੂੰ, ਜਾਂ ਝੂਠ ਬੋਲਣ ਤਾਂ ਨਹੀਂ ਪ੍ਰੇਰਦਾ। ਅਤੇ ਇਸ ਤਰ੍ਹਾਂ ਇਹਨਾਂ ਕਾਰਨਾਂ ਨਾਲ ਹੀ ਕਿਸੇ ਨੂੰ ਦੁੱਖ ਦਾ ਨੁਕਸਾਨ ਤਾਂ ਨਹੀਂ ਹੁੰਦਾ। ਅਤੇ ਜਦੋਂ ਇਹਨਾਂ ਗੱਲਾਂ ਦਾ ਤੁਹਾਨੂੰ ਜਵਾਬ ਮਿਲਦਾ ਆ, ਤਾਂ ਜੇ ਇਹ ਕੰਮ ਉਹ ਕੋਈ ਵੀ ਮਤ ਆ ਇਹ ਗੱਲਾਂ ਕਰਨ ਨੂੰ ਤੁਹਾਨੂੰ ਨਹੀਂ ਕਹਿੰਦਾ, ਤਾਂ ਫਿਰ ਤੁਸੀਂ ਉਹਨੂੰ ਮੰਨੋ। ਅਤੇ ਜੇ ਉਹਦੇ ਨਾਲ ਕਿਸੇ ਨੂੰ ਨੁਕਸਾਨ ਹੁੰਦਾ ਆ, ਤੁਹਾਨੂੰ ਇੰਦਰੀਆਂ 'ਤੇ ਕਾਬੂ ਪਾਉਣ ਨੂੰ ਕਹਿੰਦੇ, ਉਹ 'ਤੇ ਕਹਿੰਦੇ ਆ ਉਸ ਚੀਜ਼ ਨੂੰ ਨਾ ਮੰਨੋ, ਇੰਦਰੀਆਂ 'ਤੇ ਕਾਬੂ ਪਾਓ। ਬਿਲਕੁਲ। ਅਤੇ ਉਹਦੇ ਨਾਲ ਹੀ ਫਿਰ ਉਹ ਕੀ ਕਹਿੰਦੇ ਕਿ ਵਿਗਿਆਨ ਦੀ ਕਸੌਟੀ 'ਤੇ ਫਰਕੋ। ਕੋਈ ਵੀ ਚੀਜ਼ ਹੈ ਉਹਨੂੰ ਐਨਾਲਾਈਜ਼ ਕਰਕੇ ਵਿਗਿਆਨ ਦੀ ਕਸੌਟੀ 'ਤੇ ਫਰਕੋ। ਤਾਂ ਉਹ ਫਿਰ ਤੁਸੀਂ ਜਦੋਂ ਤੁਹਾਨੂੰ ਉਹ ਪਰਖੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਇਹ ਗੱਲ ਮੇਰੇ ਲਈ ਚੰਗੀ ਆ ਅਤੇ ਆਹ ਗੱਲ ਮੇਰੇ ਲਈ ਨਹੀਂ ਚੰਗੀ ਆ। ਸਿਰਫ ਅਤੇ ਸਿਰਫ ਦੂਸਰਿਆਂ ਦੇ ਕਹਿਣ ਦੇ ਉੱਪਰ
ਨਾ ਕਿਸੇ ਗੱਲ ਨੂੰ ਮੰਨੋ, ਆਪਣੀ ਕਸੌਟੀ ਤੇ ਫਰਕੋ। ਇੱਥੇ ਕਲਾਮ ਸੁੱਤ ਤਥਾਗਤ ਬੁੱਧ ਨੇ ਇਹ ਕਲਾਮ ਸੁੱਤ ਦੇ ਵਿੱਚ ਰੱਖਿਆ। ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਦੱਸਿਆ ਹੈ। ਤੇ ਜਿਸ ਤਰ੍ਹਾਂ ਅਸੀਂ ਇਸ ਵਿਸ਼ੇ ਦੇ ਨਾਲ ਥੋੜਾ ਗਾਹਾਂ ਨੂੰ ਵੱਧਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਆਪਾਂ ਗੱਲ ਕੀਤੀ ਹੈ, ਤੇ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਤਥਾਗਤ ਬੁੱਧ ਉਹਨਾਂ ਨੇ ਹੁਣ ਜਿਹੜਾ ਗਿਆਨ ਵੀ ਪ੍ਰਾਪਤ ਕੀਤਾ, ਉਹਨਾਂ ਨੇ ਦੀਕਸ਼ਿਤ ਵੀ ਕੀਤਾ, ਉਹਨਾਂ ਦੀਆਂ ਯਾਤਰਾਵਾਂ ਜਿਹੜੀਆਂ ਸ਼ੁਰੂ ਹੋ ਗਈਆਂ, ਤੇ ਉਹਨਾਂ ਦੀਆਂ ਕੁਝ ਜਿਹੜੀਆਂ ਅਖੀਰੀ ਮੁਲਾਕਾਤਾਂ ਆ, ਕੀ ਤੁਸੀਂ ਉਹਨਾਂ ਨੂੰ ਸਾਡੇ ਨਾਲ ਤੇ ਸਾਡੇ ਉਪਾਸ਼ਕਾਂ ਦੇ ਨਾਲ ਸਾਂਝੀਆਂ ਕਰੋਗੇ ਕਿ ਉਹਨਾਂ ਦੀਆਂ ਉਹ ਜਿਹੜੀਆਂ ਜਿਸ ਤਰ੍ਹਾਂ ਉਹਨਾਂ ਦੀਆਂ ਅਖੀਰੀ ਮੁਲਾਕਾਤਾਂ ਜਿਹੜੀਆਂ ਆ, ਉਹਨਾਂ ਦਾ ਜਿਹੜਾ ਸਾਡੇ ਵਿੱਚ ਬਹੁਤ ਜ਼ਿਆਦਾ ਜਿਹੜਾ ਮਹੱਤਵਪੂਰਨ ਉਹਨਾਂ ਨੂੰ ਮੰਨਿਆ ਗਿਆ ਤੇ ਬਹੁਤ ਡੂੰਘਾਈ ਦੇ ਨਾਲ ਸਾਡੇ ਜੀਵਨ ਦੇ ਨਾਲ ਉਹਨਾਂ ਦਾ ਸੰਬੰਧ ਹੈਗਾ, ਤੇ ਉਹਨਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਸਾਨੂੰ ਦੱਸ ਦਿਓ। ਹਾਂ, ਤੇ ਇੱਥੋਂ ਮੈਂ ਦੇਖਿਆ ਜੀ ਉੱਤੇ ਜਾਣ ਤੋਂ ਪਹਿਲਾਂ ਮੈਂ ਜਿੱਦਾਂ ਮਤਲਬ ਆਪਾਂ ਹੁਣ ਧਰਮ ਦੀ ਗੱਲ ਕੀਤੀ ਹੈ, ਹੁਣ ਤੀਸਰੀ ਸਟੇਜ ਜਿਹੜੀ ਹੈ ਤਥਾਗਤ ਬੁੱਧ ਕਹਿੰਦੇ ਸੱਤ ਧੰਮ, ਵੀ ਸੱਤ ਧੰਮ, ਅਸਲੀ ਧੰਮ, ਸੱਤ ਧੰਮ ਜਿਹੜਾ ਆ ਠੀਕ ਉਹ ਕੀ ਹੈ। ਠੀਕ, ਤੇ ਉਹਨਾਂ ਦੇ ਵਿੱਚ ਬਹੁਤ ਸੋਹਣੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਮਨ ਦੇ ਮੈਲ ਨੂੰ ਦੂਰ ਕਰਕੇ ਨਿਰਮਲ ਬਣਾਉਣਾ, ਕਿ ਆਪਣੇ ਮਨ ਦੇ ਜਿੰਨੇ ਵੀ ਮੈਲ ਹੈ, ਜਿੱਦਾਂ ਪੋਟੇਸ਼ਨ ਨੂੰ ਦੱਸਿਆ ਕਿ 10 ਬੁਰੇ ਕਰਮ ਜਿਹੜੇ ਆ ਉਹਨਾਂ ਤੋਂ ਛੁਟਕਾਰਾ ਪਾ ਕੇ ਆਪਣੇ ਮਨ ਨੂੰ ਨਿਰਮਲ ਬਣਾਉਣਾ, ਇੱਕ ਇਹਨੂੰ ਸੱਤ ਧੰਮ ਕਹਿੰਦੇ ਆ। ਠੀਕ, ਤਾਂ ਇੱਥੇ ਛੋਟੀ ਜਿਹੀ ਮੈਂ ਐਗਜ਼ਾਮਪਲ ਜ਼ਰੂਰ ਦਵਾਂਗਾ ਕਿ ਇੱਕ ਵਾਰੀ ਦੀ ਗੱਲ ਹੈ ਕਿ ਜੋ ਕੌਸ਼ਲ ਦੇ ਰਾਜਾ ਪ੍ਰਸੰਜਿਤ ਸੀ, ਉਹਨਾਂ ਨੂੰ ਪਤਾ ਲੱਗਾ ਕਿ ਤਥਾਗਤ ਬੁੱਧ ਸ਼ਰਾਵਸਤੀ ਦੇ ਵਿੱਚ ਠਹਿਰੇ ਹੋਏ ਹਨ, ਤੇ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਕਿ ਇਹ ਤਥਾਗਤ ਕੱਲ੍ਹ ਦਾ ਜੋ ਭੋਜਨ ਆ ਤੁਸੀਂ ਸਾਡੇ ਘਰ ਆਓ ਤੇ ਨਾਲ ਸਾਰੀ ਪ੍ਰਜਾ ਨੂੰ ਉਪਦੇਸ਼ ਦਿਓ। ਤਥਾਗਤ ਬੁੱਧ ਉਹ ਮੰਨ ਜਾਂਦੇ ਆ ਕਿ ਠੀਕ ਹੈ, ਮੈਂ ਕੱਲ੍ਹ ਅਸੀਂ ਆਵਾਂਗੇ। ਤੇ ਤਥਾਗਤ ਬੁੱਧ ਆਪਣੇ ਭਿਕਸ਼ੂਆਂ ਦੇ ਨਾਲ ਉੱਥੇ ਜਾ ਕੇ ਖਾਣਾ ਖਾਣ ਤੋਂ ਬਾਅਦ ਤੇ ਕਾਫੀ ਪ੍ਰਜਾ ਇਕੱਠੀ ਹੋਈ, ਹਜ਼ਾਰਾਂ ਮਤਲਬ ਦੀ ਗਿਣਤੀ ਦੇ ਵਿੱਚ ਰਾਜੇ ਨੇ ਪ੍ਰਜਾ ਨੂੰ, ਕਿਉਂਕਿ ਰਾਜੇ ਦਾ ਫਰਜ਼ ਬਣਦਾ ਹੈ ਕਿ ਸਮੇਂ-ਸਮੇਂ ਧਾਰਮਿਕ ਉਪਦੇਸ਼ ਕਰਵਾਉਣਾ, ਕਿਉਂਕਿ ਪ੍ਰਸੰਜਿਤ ਜੀ ਤਾਂ ਪਹਿਲਾਂ ਹੀ ਉਪਾਸਕ ਬਣ ਚੁੱਕੇ ਸੀਗੇ ਤਥਾਗਤ ਬੁੱਧ ਦੇ, ਉਹ ਪ੍ਰਜਾ ਨੂੰ ਸੁਣਾਉਣਾ ਚਾਹੁੰਦੇ ਕਿ ਤਥਾਗਤ ਬੁੱਧ ਦੀਆਂ ਜੋ ਸਿੱਖਿਆਵਾਂ ਆ, ਜਿਹੜੇ ਉਪਦੇਸ਼ ਆ, ਇਹਨਾਂ ਤੇ ਅਸਰ ਹੋਊਗਾ ਤੇ ਪ੍ਰਜਾ ਸੁਖੀ ਵੀ ਰਹੂਗੀ, ਤੇ ਜਿਹੜਾ ਪ੍ਰਜਾ ਤੰਤਰ ਹੈ ਉਹ ਵੀ ਸ਼ਾਂਤ ਰਹੇਗਾ। ਤੇ ਤਥਾਗਤ ਹੁਣੀ ਆਪਣਾ ਭੋਜਨ ਕਰਕੇ ਉਦੋਂ ਬਾਅਦ ਉਹਨਾਂ ਨੇ ਬੜਾ ਇੱਕ ਵਿਸ਼ਾਲ ਸਭਾ ਬਣਾ ਕੇ ਤੇ ਉੱਥੇ ਆਪਣੇ ਉਪਦੇਸ਼ ਦਿੱਤੇ। ਤਾਂ ਉੱਥੇ ਦੋ ਵਪਾਰੀ ਵੀ ਸਨ, ਬਿਲਕੁਲ, ਤੇ ਦੋ ਵਪਾਰੀ, ਤੇ ਇੱਕ ਵਪਾਰੀ ਜਿਹੜਾ ਸੀ ਉਹਨੇ ਬੜੇ ਧਿਆਨ ਦੇ ਨਾਲ ਤਥਾਗਤ ਬੁੱਧ ਦੀਆਂ ਸਿੱਖਿਆਵਾਂ ਨੂੰ ਸੁਣਿਆ ਤੇ ਸੁਣ ਕੇ ਬੜਾ ਖੁਸ਼ ਹੋਇਆ, ਕਹਿੰਦਾ ਵੀ ਤਥਾਗਤ ਬੁੱਧ ਦੇ ਜੋ ਪ੍ਰਵਚਨ ਹੈ ਬੜੇ ਲਾਭਦਾਇਕ ਆ, ਵਿਆਪਕ ਆ। ਹਾਂਜੀ। ਤੇ ਇੱਕ ਦੂਸਰਾ ਵਪਾਰੀ ਸੀ, ਤਾਂ ਉਹ ਜਿੱਦਾਂ ਕਿ ਮਨ ਦੀਆਂ ਕੰਡੀਸ਼ਨਸ ਹੁੰਦੀਆਂ ਨਾ, ਤਾਂ ਉਹ ਕਹਿੰਦਾ ਕੀ ਆ ਕਿ ਐਵੇਂ ਪ੍ਰਸੰਜਿਤ ਆ, ਇਹ ਰਾਜਾ ਜਿਹੜਾ ਉਹਦੇ ਤਥਾ ਬੁੱਧ ਦੇ ਪਿੱਛੇ ਲੱਗਾ ਆ, ਤੇ ਵੀ ਆਹ ਪ੍ਰਚਾਰ ਕਰਾ ਕੇ ਤਾਂ ਕੀ ਮੈਨੂੰ ਤਾਂ ਕੋਈ ਇਹਦੇ 'ਚ ਕੋਈ ਲਾਭ ਨਹੀਂ ਲੱਗਦਾ, ਕਿਉਂ ਮਨ ਦੀ ਸਿਚੁਏਸ਼ਨ ਆ ਗਈ ਹੈ ਨਾ, ਸਥਿਤੀ ਜਿਹੜੀ ਹੈ ਮਨ ਦੀ। ਤੇ ਉਹ ਤਾਂ ਉਹਨਾਂ ਨੇ ਦੇਖੋ ਗੱਲ ਕੀਤੀ, ਕਹਿੰਦੇ ਵੀ ਰਾਜਾ ਤਾਂ ਬੁੱਧ ਦੇ ਪਿੱਛੇ ਇਸ ਤਰ੍ਹਾਂ ਘੁੰਮਦਾ ਫਿਰਦਾ ਆ ਕਿ ਜਿਸ ਤਰ੍ਹਾਂ ਇੱਕ ਬਛੜਾ ਜਿਹੜਾ ਗੱਡੇ ਦੇ ਪਿੱਛੇ ਬੰਨਿਆ ਹੋਵੇ ਤੇ ਇੱਕ ਗਾਂ ਜਿਹੜੀ ਉਹਦੀ ਮਾਂ ਉਹ ਗੱਡੇ ਨੂੰ ਖਿੱਚ ਰਹੀ ਹੋਵੇ। ਤਾਂ ਇਦਾਂ ਦੇ ਬੁਰੇ ਵਿਚਾਰ ਲੈਣੇ ਵੀ ਉਹ ਦੋਨੇ ਵਪਾਰੀ ਆ ਜਾਂਦੇ ਆ। ਤੇ ਜੇਨ ਤਾਂ ਉਹ ਧੰਮ ਨੂੰ ਸੁਣਿਆ ਤੇ ਉਹਨੂੰ ਧਾਰਨ ਕੀਤਾ, ਜਿਹੜਾ ਕਹਿੰਦੇ ਲਾਭਦਾਇਕ ਆ, ਉਹ ਬੜਾ ਜਾ ਕੇ ਆਪਣਾ ਆਰਾਮ ਕੀਤਾ, ਬੜੀ ਸੁਖਦਾਇਕ ਨੀਂਦ ਸੁੱਤਾ। ਤੇ ਦੂਸਰਾ ਜਿਹੜਾ ਉਹ ਰਸਤੇ ਦੇ ਵਿੱਚ ਹੀ ਮਤਲਬ ਉਹ ਬੈਠ ਕੇ ਤੇ ਦੂਸਰੇ ਲੋਕਾਂ ਦੇ ਵਿੱਚ ਬੈਠ ਕੇ ਤੇ ਆਪਣਾ ਨਸ਼ਾ ਪਾਣੀ ਕਰਕੇ ਤਾਂ ਧੁੱਤ ਹੋ ਜਾਂਦਾ। ਤਾਂ ਸਵੇਰ ਨੂੰ ਜਦੋਂ ਵਪਾਰੀਆਂ ਦਾ ਹੁੰਦਾ ਕਿ ਸੁਬਾਹ ਨੂੰ ਜਲਦੀ ਉੱਠਣਾ ਤੁਰਨਾ, ਤੇ ਜਿਹੜਾ ਇਹ ਵਪਾਰੀ ਚੰਗੇ ਜੈਨ ਤਥਾਗਤ ਬੁੱਧ ਦੇ ਨੇ ਪ੍ਰਵਚਨਾਂ ਨੂੰ ਚੰਗੀ ਤਰ੍ਹਾਂ ਸੁਣਿਆ ਸੀ, ਸਵੇਰੇ ਅਰਲੀ ਉੱਠਿਆ, ਆਪਣੇ ਗੱਡੀਆਂ ਤੋਰੀਆਂ ਤੇ ਚਲੇ ਗਏ। ਤੇ ਇਹ ਜਿਹੜਾ ਵਪਾਰੀ ਸੀ ਤਾਂ ਇਹ ਰਸਤੇ ਦੇ ਵਿੱਚ ਉਹਨੂੰ ਪਤਾ ਹੀ ਨਹੀਂ ਵੀ ਕਿੱਥੇ ਸੁੱਤਾ ਪਿਆ, ਤੇ ਹਨੇਰੇ ਦੇ ਵਿੱਚ ਜਦੋਂ ਦੇਖਿਆ ਕਿ ਉਹ ਗੱਡੀਆਂ ਉੱਪਰ ਦੀ ਲੰਘ ਗਈਆਂ ਤੇ ਇਸ ਵਪਾਰੀ ਦੀ ਮੌਤ ਹੋ ਜਾਂਦੀ ਹੈ। ਤੇ ਉਹ ਜਿਹੜਾ ਵਪਾਰੀ ਜਨ ਤਥਾਗਤ ਬੁੱਧ ਦੇ ਪ੍ਰਵਚਨਾਂ ਨੂੰ ਸਹੀ ਤਰੀਕੇ ਨਾਲ ਸੁਣ ਕੇ ਆਪਣੇ ਧਾਰਨ ਕੀਤਾ ਤੇ ਉਹ ਆਪਣੇ ਦੇਸ਼ ਦੇ ਵਿੱਚ ਪਹੁੰਚ ਜਾਂਦਾ। ਪਹੁੰਚ ਕੇ ਤਾਂ ਉੱਥੇ ਜਾ ਕੇ ਲੋਕ ਉਹਨਾਂ ਦੀ ਬੜੀ ਪ੍ਰਸ਼ੰਸਾ ਕਰਦੇ ਆ ਤੇ ਨਾਲ ਹੀ ਉਹਨੂੰ ਰਾਜਗੱਦੀ ਵੀ ਮਿਲਦੀ ਹੈ। ਜਦੋਂ ਰਾਜਗੱਦੀ ਮਿਲਦੀ ਹੈ ਤੇ ਫਿਰ ਉਹ ਚਾਹੁੰਦਾ ਕਿ ਮੇਰੀ ਪ੍ਰਜਾ ਵੀ ਤਥਾਗਤ ਬੁੱਧ ਦੇ ਜਿਹੜੇ ਆ ਉਪਦੇਸ਼ ਸੁਣਨ। ਤਾਂ ਉਹ ਤਥਾਗਤ ਬੁੱਧ ਨੂੰ ਬੇਨਤੀ ਕਰਦੇ, ਸੱਦਾ ਪੱਤਰ ਦਿੰਦੇ ਆ ਤੇ ਤਥਾਗਤ ਬੁੱਧ ਜਿਹੜੇ ਆ ਫਿਰ ਉਹਨਾਂ ਕੋਲ ਜਾਂਦੇ ਆ। ਉੱਥੇ ਵੀ ਇਹ ਉਪਦੇਸ਼ ਜਿਹੜਾ ਦਿੰਦੇ ਆ
ਤੇ ਬਹੁਤ ਹੀ ਮਤਲਬ ਇਹ ਮਨ ਦੇ ਉੱਪਰ ਮਨ ਦੀ ਖੁਰਾਕ ਬਣ ਜਾਂਦੀ, ਖੁਰਾਕ ਬਣਦੀ ਆ। ਤੇ ਉਹ ਫਿਰ ਉਹਨੂੰ ਪੁੱਛਦਾ ਕਿ ਵੀ ਇਹ ਤਥਾਗਤ ਵੀ ਜਦੋਂ ਮੈਂ ਪ੍ਰਵਚਨ ਤੁਹਾਡੇ ਸੁਣੇ ਤਾਂ ਮੈਨੂੰ ਤਾਂ ਬੜੇ ਲਾਭਦਾਇਕ ਵਿਆਪਕ ਸਨ, ਲੇਕਿਨ ਜਿਹੜਾ ਮੇਰਾ ਸਾਥੀ ਵਪਾਰੀ ਸੀ ਤੇ ਉਹਦੀ ਇਸ ਤਰ੍ਹਾਂ ਮੌਤ ਹੋ ਗਈ ਆ ਤੇ ਮੈਂ ਬੜਾ ਸੋਹਣਾ ਆਪਣੇ ਰਾਜ ਦੇ ਵਿੱਚ ਪਹੁੰਚ ਗਿਆ। ਤੇ ਤਥਾਗਤ ਉੱਥੇ ਫਿਰ ਉਹਨਾਂ ਨੂੰ ਫਿਰ ਉਪਦੇਸ਼ ਦਿੰਦੇ ਆ। ਉੱਥੇ ਫਿਰ ਉਹ ਜਿਹੜਾ ਮੈਂ ਜਿਹੜੀ ਗਾਥਾ ਬੋਲਦੇ ਆ ਨਾ, ਮਨੋ ਪਵੁਗੰਮਾ ਤੰਮਾ ਮਨੋ ਸੇਠਾ ਮਨੋ ਮਇਆ ਮਨਸਾ ਚ ਪਦੂਠੇਨ ਪਾਸੀਤੀ ਵਾ ਕਰੋਤੀ ਵਾ ਬਿਲਕੁਲ ਤਤੋ ਨੰਗ ਦੁਖੰਗ ਅਨਵੇਤੀ ਚਕੰਗ ਵਾ ਬਹਿਤੋ ਪਦੰਗ। ਤੇ ਤਥਾਗਤ ਬੁੱਧ ਫਿਰ ਉਹਦਾ ਦੱਸਦੇ ਆ ਕਿ ਇਹਦਾ ਮਤਲਬ ਕੀ ਆ। ਉਹ ਕਹਿੰਦੇ ਵੀ ਇਹ ਮਨ ਦੀ ਕੰਡੀਸ਼ਨ ਹੈ ਕਿ ਮਨ ਜਿਹੜਾ ਆ ਇਹ ਸਾਰੀਆਂ ਜਿੰਨੇ ਵੀ ਕੰਮ ਆ ਮਨ ਕਰਦਾ ਆ, ਮਨ ਇਹਦਾ ਪ੍ਰਧਾਨ ਆ ਤੇ ਮਨ ਇਹ ਜਿੰਨੀਆਂ ਵੀ ਕਿਰਿਆਵਾਂ ਮਨ ਹੀ ਕਰਾ ਰਿਹਾ ਆ। ਤਾਂ ਜੇ ਕੋਈ ਬੁਰੇ ਮਨ ਦੇ ਨਾਲ ਕੋਈ ਬੋਲਦਾ ਆ ਜਾਂ ਕਰਦਾ ਆ, ਜਿਸ ਤਰ੍ਹਾਂ ਵਪਾਰੀ ਨੇ ਆਪਣੇ ਮਨ ਕੀਤਾ, ਤਾਂ ਫਿਰ ਕਹਿੰਦਾ ਕਿ ਦੁਖੰ ਤਤੋ ਨੰਗ ਦੁਖੰਗ ਅਨਵੇਤੀ, ਕਿ ਉਹਦਾ ਦੁੱਖ ਇਸ ਤਰ੍ਹਾਂ ਪਿੱਛਾ ਕਰਦੇ ਆ ਕਿ ਜਿਸ ਤਰ੍ਹਾਂ ਇੱਕ ਗੱਡੇ ਦੇ ਪਿੱਛੇ ਪਹੀਏ ਜਿਹੜੇ ਆ ਬਲਦ ਜਿਹੜੇ ਗੱਡੇ ਨੂੰ ਖਿੱਚ ਰਹੇ ਆ ਤੇ ਪਹੀਏ ਬਲਦਾਂ ਦੇ ਪਿੱਛੇ ਧੱਕੇ ਜਾ ਰਹੇ ਆ, ਤੇ ਇਸੇ ਤਰ੍ਹਾਂ ਤੁਹਾਡਾ ਦੁੱਖ ਪਿੱਛਾ ਕਰਦਾ ਹੈ। ਤੇ ਨਾਲ ਹੀ ਫਿਰ ਦੂਸਰੀ ਐਗਜ਼ਾਮਪਲ ਦਿੰਦੇ ਆ, ਮਨੋ ਪਵਗੰਮਾ ਤੰਮਾ ਮਨੋ ਸੇਠਾ ਮਨੋ ਮਇਆ। ਫਿਰ ਇੱਥੇ ਦੇਖੋ ਕਿੰਨੇ ਸੋਹਣੇ ਤਰੀਕੇ, ਮਨਸਾ ਸੇ ਪਸਨੈਨ ਪਾਸੀਤੀ ਵਾ ਕਰੋਤੀ ਵਾ ਤਤੋ ਨੰਗ ਸੁਖੰਗ ਅਨਵੇਤੀ ਛਾਇਆਵ ਅੰਨ ਪਾਇਆਨਨੀ। ਤਾਂ ਇੱਥੇ ਕਹਿੰਦਾ ਵੀ ਜਦੋਂ ਤੁਸੀਂ ਜਿਹੜਾ ਮਨ ਆ, ਮਨ ਇਹ ਜਿੰਨੇ ਵੀ ਕਾਰਜ ਆ ਜਿੰਨੇ ਵੀ ਧੰਮ ਆ ਮਨ ਤੋਂ ਪੈਦਾ ਹੁੰਦੇ ਹਨ, ਮਨ ਹੀ ਸੇਠ ਆ, ਮਨ ਪ੍ਰਧਾਨ ਆ ਔਰ ਮਨ ਹੀ ਇਹ ਕਿਰਿਆਵਾਂ ਨੂੰ ਕਰਦਾ ਆ। ਤਾਂ ਜੇ ਤੁਸੀਂ ਸੱਚੇ ਮਨ ਦੇ ਨਾਲ ਬਿਲਕੁਲ ਕੋਈ ਬੋਲਦੇ ਆ ਜਾਂ ਕਰਦੇ ਆ ਤਾਂ ਫਿਰ ਸੁੱਖ ਜਿਹੜਾ ਤੁਹਾਡਾ ਇੱਦਾਂ ਪਿੱਛਾ ਕਰਦਾ ਆ ਕਿ ਜਿੱਦਾਂ ਕਿ ਤੁਹਾਡੀ ਨਾ ਪਿੱਛਾ ਛੱਡਣ ਵਾਲੀ ਛਾਂ ਕਰਦੀ ਆ। ਤੇ ਇਹਦਾ ਐਗਜ਼ਾਮਪਲ ਫਿਰ ਉਹਨਾਂ ਨੂੰ ਦਿੰਦੇ ਆ ਕਿ ਅੱਜ ਤੈਨੂੰ ਇਹ ਜਿਹੜੀ ਉਸਤਤ ਮਿਲੀ ਆ ਇਹ ਤੇਰੇ ਚੰਗੇ ਮਨ ਦੇ ਕਰਮਾਂ ਦੇ ਨਾਲ ਮਿਲੀ ਆ। ਤੇਰਾ ਮਨ ਜਿਹੜਾ ਸੀਗਾ ਉਹ ਪਿਓਰੀਫਾਈ ਸੀਗਾ, ਤੇ ਇੱਥੇ ਮਤਲਬ ਉਹ ਕਰਦੇ ਆ। ਤੇ ਇਦੋਂ ਬਾਅਦ ਫਿਰ ਹੁਣ ਤੁਹਾਡੀ ਗੱਲ 'ਤੇ ਮੈਂ ਆਉਂਦਾ ਕਿ ਜਿਹੜੀ ਉਹਨਾਂ ਦੀਆਂ ਫਿਰ ਹੁਣ ਦੇਖੋ ਉਹ ਇਹ ਸਾਰੀਆਂ ਉਹਨਾਂ ਨੇ ਜਦੋਂ ਹੁਣ ਤਥਾਗਤ ਬੁੱਧ ਜਿਹੜੇ ਆ ਹੁਣ ਕਾਫੀ ਸਿਆਣੀ ਉਮਰ ਦੇ ਵਿੱਚ ਹੋ ਗਏ ਆ, ਬਿਲਕੁਲ, ਕਿਉਂਕਿ ਉਹਨਾਂ ਨੇ ਮਤਲਬ 45 ਸਾਲ ਪੈਦਲ ਚੱਲ ਕੇ ਜਿੰਨੇ ਵੀ ਜਨਪਦ ਸੀ ਉਹਨਾਂ ਦੇ ਵਿੱਚ ਯਾਤਰਾ ਕਰਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਤੱਕ ਇਹ ਜੋ 7 ਧੰਮ ਆ ਉਸ ਦਾ ਜਿਹੜਾ ਉਹਦਾ ਪ੍ਰਚਾਰ ਕੀਤਾ ਕਿ ਲੋਕਾਂ ਦਾ ਭਲਾ ਕੀਤਾ। ਤੇ ਇਸ ਤਰ੍ਹਾਂ ਉਹ ਫਿਰ ਹੁਣ ਇਹ ਜਿਹੜਾ ਆ ਉਹ ਆਪਣੀ ਉਹਨਾਂ ਦੀ ਯਾਤਰਾ ਸ਼ੁਰੂ ਹੋ ਜਾਂਦੀ ਆ। ਤੇ ਹੁਣ ਇੱਥੇ ਮੈਂ ਜ਼ਰੂਰ ਦੱਸਾਂਗਾ ਕਿ ਉਹਦੇ ਵਿੱਚ ਫਿਰ ਉਹ ਕੀ ਕਰਦੇ ਆ ਕਿ ਜਦੋਂ ਇਹ ਉਹਨਾਂ ਨੂੰ ਰਾਜੇ ਨੂੰ ਉਹ ਦੂਸਰੀ ਉਪਦੇਸ਼ ਦੇ ਕੇ ਤਾਂ ਫਿਰ ਜਿਹੜੇ ਆ ਤਥਾਗਤ ਜਿਹੜੇ ਆ ਚੱਲ ਪੈਂਦੇ ਆ। ਤਾਂ ਉਦੋਂ ਬਾਅਦ ਫਿਰ ਉਹਨਾਂ ਦਾ ਮਨ ਬਣਦਾ ਕਿ ਮੈਂ ਗ੍ਰਿਧਕੁਟ ਪਹਾੜ ਜੀ ਦੇ ਉੱਥੇ ਜਾਂਦੇ ਆ। ਅੱਜ ਵੀ ਅਸੀਂ ਉੱਥੇ ਜਾ ਇੱਕ ਤਾਂ ਬਹੁਤ ਹੀ ਨਾਲੰਦਾ ਰਾਜਗ੍ਰਹਿ ਦੇ ਵਿੱਚ ਇੱਕ ਕਾਫੀ ਉੱਚਾ ਪਹਾੜ ਆ ਤੇ ਜਿੱਥੇ ਤਥਾਗਤ ਬੁੱਧ ਨੇ ਤਪੱਸਿਆ ਸ਼ੁਰੂ ਕੀਤੀ ਆ, ਉੱਥੇ ਜਾ ਕੇ ਤਾਂ ਉਹ ਪਹਿਲਾਂ ਉੱਥੇ ਜਾਂਦੇ ਆ। ਅੱਛਾ ਜੀ ਸੁਮਨ ਜੀ, ਤੁਹਾਡੇ ਨਾਲ ਇਸ ਚਰਚਾ ਦੇ ਵਿੱਚ ਅਸੀਂ ਸ਼ਾਮਲ ਰਵਾਂਗੇ ਤੇ ਸਾਡਾ ਜਿਹੜਾ ਬ੍ਰੇਕ ਦਾ ਸਮਾਂ ਹੋ ਰਿਹਾ ਹੈ ਤੇ ਬ੍ਰੇਕ ਤੋਂ ਬਾਅਦ ਦੁਬਾਰਾ ਅਸੀਂ ਇਸ ਚਰਚਾ ਦੇ ਵਿੱਚ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਕਰਦੇ ਹਾਂ। ਬ੍ਰੇਕ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ। ਤੇ ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਉਪਾਸਕ ਜੁੜੇ ਹੋਏ ਹਨ ਜਾਂ ਨਵੇਂ ਸਾਡੇ ਉਪਾਸਕ ਜਾਂ ਵੀਰ ਜੁੜੇ ਹਨ, ਉਹਨਾਂ ਨੂੰ ਇਹ ਦੱਸਦੇ ਜਾਈਏ ਕਿ ਅੱਜ ਸਾਡੇ ਮਹਿਮਾਨ ਦੇਵ ਸੁਮਨ ਜੀ ਜੋ ਕਿ ਸਾਡੇ ਨਾਲ ਚਰਚਾ ਦੇ ਵਿੱਚ ਸ਼ਾਮਲ ਹਨ ਤੇ ਅਸੀਂ ਜੋ ਗੱਲਬਾਤ ਚੱਲ ਰਹੀ ਹੈ ਤਥਾਗਤ ਬੁੱਧ ਤੇ ਉਹਨਾਂ ਦਾ ਧੰਮ 7 ਧੰਮ ਤੇ ਅਧੰਮ ਤੇ ਅਸੀਂ ਗੱਲ ਕੀਤੀ ਹੈ। ਤੇ ਹੁਣ ਉਹ ਇਸ ਵਿਸ਼ੇ ਤੇ ਗੱਲ ਕਰ ਰਹੇ ਹਨ ਕਿ ਉਹਨਾਂ ਦੀਆਂ ਜਿਹੜੀਆਂ ਆਖਰੀ ਮੁਲਾਕਾਤਾਂ ਹਨ ਉਹ ਸ਼ੁਰੂ ਹੋ ਚੁੱਕੀਆਂ ਹਨ ਤੇ ਉਹਨਾਂ ਦੀ ਉਹ ਕਿਸ ਤਰ੍ਹਾਂ ਦੀ ਯਾਤਰਾ ਜਿਹੜੀ ਕਿੱਥੋਂ ਸ਼ੁਰੂ ਹੋ ਰਹੀ ਹੈ ਤੇ ਉਸ ਤੇ ਅਸੀਂ ਗੱਲਬਾਤ ਕਰ ਰਹੇ ਹਾਂ। ਦੇਵ ਸੁਮਨ ਜੀ, ਉਸ ਤੋਂ ਤੁਸੀਂ ਸਾਨੂੰ ਦੱਸੋ ਕਿ ਕਿੱਥੇ ਉਹ ਗਏ। ਹਾਂ, ਹੁਣ ਜਿਸ ਤਰ੍ਹਾਂ ਮੈਂ ਰੇਖਾ ਜੀ ਦੱਸਿਆ ਕਿ ਹੁਣ ਤਥਾਗਤ ਬੁੱਧ ਜਿੱਦਾਂ ਕਿ 45 ਸਾਲ ਉਹਨਾਂ ਧੰਮ ਪ੍ਰਚਾਰ ਕਰਦੇ
ਹੋ ਗਏ, ਪੈਦਲ ਚੱਲ ਕੇ ਪਿੰਡਾਂ ਸ਼ਹਿਰਾਂ ਦੇ ਪੈਦਲ ਚੱਲ ਕੇ। ਉਹਨਾਂ ਜ਼ਮਾਨਿਆਂ ਦੇ ਵਿੱਚ ਦੇਖੋ ਕੋਈ ਮੋਟਰ ਗੱਡੀ ਜਾਂ ਕੋਈ ਨਹੀਂ ਹੁੰਦੀ, ਪੈਦਲ ਚੱਲਦੇ ਸੀ। ਰਾਤ ਨੂੰ ਜਦ ਉੱਥੇ ਰਾਤ ਪੈ ਜਾਣੀ ਤਾਂ ਉੱਥੇ ਸੜਕਾਂ ਦੇ ਕਿਨਾਰੇ ਪੇੜਾਂ ਦੇ ਥੱਲੇ ਉਹਨਾਂ ਨੇ ਆਪਣਾ ਆਰਾਮ ਕਰਨਾ। ਤੇ ਉਹਦੇ ਨਾਲ ਮੈਂ ਇੱਥੇ ਦੱਸ ਦੇਵਾਂ ਕਿ ਹੁਣ ਇੱਕ ਬਹੁਤ ਵਿਸ਼ਾਲ ਭਿੱਖੂ ਸੰਘ ਬਣ ਚੁੱਕਾ ਸੀ। ਤੇ ਉਹਨਾਂ ਨੇ ਫਿਰ ਜਿਹੜੇ ਦੂਤ ਸੀ, ਧੰਮ ਦੂਤ ਜਿਹੜੇ ਆ ਉਹ ਮੁਕਰਰ ਕੀਤੇ। ਇਕੱਲੇ ਉਹ ਦੂਸਰਿਆਂ ਨੂੰ ਨਹੀਂ ਮੁਕਰਰ ਕੀਤਾ, ਆਪ ਵੀ ਇੱਕ ਧੰਮ ਦੂਤ ਬਣੇ। ਉਹਨਾਂ ਦੇ ਨਾਲ ਦੱਸਿਆ ਜਾਂਦਾ ਕਿ ਉਹਨਾਂ ਨੇ 500 ਭਿੱਖੂ ਸੰਘ ਜਿਹੜੇ ਸੀਗੇ, 500 ਦੀ ਤਾਦਾਦ ਦੇ ਵਿੱਚ ਉਹਨਾਂ ਦੇ ਨਾਲ ਹਮੇਸ਼ਾ ਹੁੰਦੇ ਸੀਗੇ। ਤਾਂ ਇਸ ਤਰ੍ਹਾਂ ਉਹ ਕਰਦੇ ਤੇ ਪ੍ਰਚਾਰ ਕਰਦੇ ਤਾਂ ਹੁਣ ਦੇਖੋ ਮੈਂ ਇੱਥੇ ਜ਼ਰੂਰ ਗੱਲ ਕਹੂੰਗਾ ਕਿ ਹੁਣ ਇੱਕ ਭਾਰਤ ਜਿਹੜਾ ਆ ਇੱਕ ਬੁੱਧਮਈ ਭਾਰਤ ਬਣ ਚੁੱਕਾ ਹੈ। ਇਹ ਪ੍ਰਬੁੱਧ ਭਾਰਤ ਬਣ ਚੁੱਕਾ ਹੈ। ਹਰ ਪਾਸੇ ਸ਼ਾਂਤੀ, ਲੋਕ ਖੁਸ਼ਹਾਲ। ਜਿਸ ਤਰ੍ਹਾਂ ਆਪਾਂ ਸੋਨੇ ਦੀ ਚਿੜੀ ਗੱਲ ਕਰਦੇ ਆ ਨਾ, ਭਾਰਤ ਸੋਨੇ ਦੀ ਚਿੜੀ, ਤੇ ਇਸ ਕਰਕੇ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ ਕਿ ਬੁੱਧ ਦਾ ਜਿਹੜਾ ਸਮਾਂ ਸੀ ਇਹ ਇੱਕ 골ਡਨ ਪੀਰੀਅਡ ਸੀ। ਤੇ ਸਾਰੇ ਲੋਕ ਸੁਖੀ, ਹਰ ਇੱਕ ਦੂਸਰੇ ਨਾਲ ਪਿਆਰ ਕਰਦਾ। ਤੇ ਉਹ ਬੁੱਧ ਦਾ ਜੋ ਸੱਤ ਧੰਮ ਸੀ ਸਾਰਾ ਜਿਹੜਾ ਹੁਣ ਸਭ ਪਾਸੇ ਲੱਗ। ਤੇ ਜੋ ਪ੍ਰਬੁੱਧ ਭਾਰਤ, ਜੋ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਆ ਜਿਹੜਾ ਸਾਲ ਹੈ 125ਵੀਂ ਜਯੰਤੀ ਬਾਬਾ ਸਾਹਿਬ ਦੇ ਜਨਮ ਦਿਨ ਮਨਾ ਰਹੇ ਆ। ਤੇ ਉਹ ਤਥਾਗਤ ਬੁੱਧ ਦਾ ਇਹੀ ਜੋ ਸੁਨੇਹਾ ਸੀ ਕਿ ਭਾਰਤ ਨੂੰ ਪ੍ਰਬੁੱਧ ਭਾਰਤ ਬਣਾਉਣਾ। ਤੇ ਬਾਬਾ ਸਾਹਿਬ ਵੀ ਇਹੀ ਚਾਹੁੰਦੇ ਸੀ ਕਿ ਸਾਰੇ ਭਾਰਤ ਦੀ ਤਰੱਕੀ ਹੋਵੇ, ਲੋਕ ਸੁੱਖ ਤੇ ਸ਼ਾਂਤੀ ਦੇ ਨਾਲ ਰਹਿਣ। ਤੇ ਹੁਣ ਤਥਾਗਤ ਬੁੱਧ ਜਿਹੜੇ ਆ ਉਹ ਜਿਸ ਤਰ੍ਹਾਂ ਕਿਹਾ ਕਿ ਭਿੱਖੂ ਸੰਘ ਬਣ ਚੁੱਕਾ ਸੀ। ਇਕੱਲਾ ਭਿੱਖੂ ਸੰਘ ਨਹੀਂ, ਭਿੱਖੂਣੀ ਸੰਘ ਵੀ ਬਣ ਚੁੱਕਾ ਸੀਗਾ, ਜਿਹਦੇ ਵਿੱਚ ਪ੍ਰਜਾਪਤੀ ਜੀ ਤੇ ਯਸ਼ੋਧਰਾ ਜੀ, ਉਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਸੀ। ਕਿਉਂਕਿ ਉਹਨਾਂ ਨੇ ਵੀ ਤਥਾਗਤ ਬੁੱਧ ਤੋਂ ਦੀਕਸ਼ਾ ਲੈ ਕੇ ਉਹ ਭਿੱਖੂ ਸੰਘ ਦੇ ਵਿੱਚ ਸ਼ਾਮਲ ਹੋਏ। ਤੇ ਭਿੱਖੂ ਸੰਘ ਜਿਹੜੀ ਔਰਤ ਹੈ, ਜਿੱਦਾਂ ਮੈਂ ਅੱਗੇ ਪਿਛਲੇ ਪ੍ਰੋਗਰਾਮਾਂ 'ਚ ਵੀ ਦੱਸਿਆ ਕਿ ਇਹ ਦੁਨੀਆ ਦੇ ਵਿੱਚ ਪਹਿਲੀ ਵਾਰ ਇੱਕ ਵਰਲਡ ਹਿਸਟਰੀ ਦੇ ਵਿੱਚ ਪਹਿਲੀ ਵਾਰ ਇਤਿਹਾਸਕ ਹਿਸਟਰੀ ਵਿੱਚ ਹੋਇਆ ਕਿ ਇੱਕ ਔਰਤ ਨੂੰ ਵੀ ਤਥਾਗਤ ਬੁੱਧ ਨੇ ਇੱਕ ਜਿਹਾ ਦਰਜਾ ਦਿੱਤਾ, ਬਰਾਬਰਤਾ ਦਿੱਤੀ। ਜਿਸ ਤਰ੍ਹਾਂ ਭਿੱਖੂ ਸੰਘ ਬਣਾਇਆ ਤੇ ਭਿਕਸ਼ੂਆਂ ਨੂੰ ਵੀ ਸੰਘ ਦੇ ਵਿੱਚ ਸ਼ਾਮਲ ਕੀਤਾ। ਤਾਂ ਫਿਰ ਉਹ ਜਾਂਦੇ ਜਿਸ ਤਰ੍ਹਾਂ ਗਿਰਦਕੁਟ ਪਹਾੜ ਤੋਂ ਫਿਰ ਬਾਅਦ ਦੇ ਵਿੱਚ ਉਹ ਆਪਣੀਆਂ ਯਾਤਰਾਵਾਂ ਸ਼ੁਰੂ ਕਰਦੇ ਆ। ਉਦੋਂ ਬਾਅਦ ਫਿਰ ਗਿਰਦਕੁਟ ਪਹਾੜ ਤੋਂ ਜਾਣ ਤੋਂ ਬਾਅਦ ਤਾਂ ਫਿਰ ਉਹ ਪਾਟਲੀਪੁੱਤਰ ਗਏ। ਤਾਂ ਇੱਥੇ ਮੈਂ ਜ਼ਰੂਰ ਇੱਕ ਮੈਂਸ਼ਨ ਕਰਾਂਗਾ ਕਿ ਫਿਰ ਉਹ ਆਪਣੇ ਰਾਹੁਲ ਜੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਆ। ਤੇ ਰਾਹੁਲ ਦੇ ਨਾਲ ਤੇ ਯਸ਼ੋਧਰਾ ਜੀ ਦੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ। ਤੇ ਉਦੋਂ ਬਾਅਦ ਫਿਰ ਪਾਟਲੀਪੁੱਤਰ, ਨਾਦਿਕਾ ਗਏ। ਜਗ੍ਹਾ ਤੇ ਭਿੱਖੂ ਸੰਘ ਤੇ ਉਪਾਸਕਾਂ ਨੂੰ ਉਪਦੇਸ਼ ਦਿੱਤੇ ਉਹਨਾਂ ਨੇ। ਤੇ ਇਸ ਤਰ੍ਹਾਂ ਚੱਲਦੇ ਤਾਂ ਫਿਰ ਉਹ ਵਿਸ਼ਾਲੀ ਵੱਲ ਦੇ ਪਾਸੇ ਨੂੰ ਤੁਰ ਪੈਂਦੇ ਆ। ਦੇਵ ਸੁਮਨ ਜੀ, ਇੱਥੇ ਮੈਂ ਤੁਹਾਨੂੰ ਇੱਕ ਰੋਕਣਾ ਚਾਹੂੰਗੀ। ਜਿਸ ਤਰ੍ਹਾਂ ਸੁਣਨ ਵਿੱਚ ਆਇਆ ਹੈ, ਪੜ੍ਹਨ ਵਿੱਚ ਆਇਆ ਹੈ ਕਿ ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ ਹੈ ਕਿ ਉਹ ਨਾਲੰਦਾ ਤੋਂ ਬਾਅਦ ਜੋ ਪਾਟਲੀਪੁੱਤਰ ਤੋਂ ਬਾਅਦ ਉਹ ਵਿਸ਼ਾਲੀ ਵੱਲ ਨੂੰ ਤੁਰੇ, ਤੇ ਸੁਣਿਆ ਜਾਂਦਾ ਕਿ ਉਹਨਾਂ ਨੂੰ ਉੱਥੋਂ ਸੱਦਾ ਪੱਤਰ ਵੀ ਭੇਜਿਆ ਗਿਆ ਸੀ, ਜਿਹੜਾ ਕਿ ਉੱਥੇ ਦੇ ਰਾਜੇ ਨੇ ਉਹਨਾਂ ਦੇ ਆਪਣੇ ਮਿੱਤਰ ਦੇ ਪੁੱਤਰ ਦੇ ਹੱਥ ਉਹਨਾਂ ਨੂੰ ਸੁਨੇਹਾ ਭੇਜਿਆ ਸੀ। ਤੇ ਉਸ ਦਾ ਕੋਈ ਖਾਸ ਕਾਰਨ ਵੀ ਰਿਹਾ? ਤੇ ਤੁਸੀਂ ਜੇਕਰ ਹੈ ਤਾਂ ਉਸ ਦੇ ਬਾਰੇ ਤੁਸੀਂ ਕੀ ਸਾਡੇ ਨਾਲ ਸਾਂਝਾ ਕਰਨਾ ਚਾਹੋਗੇ? ਹਾਂ, ਇੱਥੇ ਜਦੋਂ ਮੈਂ ਦੱਸਿਆ ਕਿ ਜਦੋਂ ਉਹਨਾਂ ਦੀ ਇਹ ਆਖਰੀ ਚਾਰਕਾ ਇਹ ਜਿਹੜੀਆਂ ਯਾਤਰਾਵਾਂ ਕਰ ਰਹੇ ਆ, ਵਿਸ਼ਾਲੀ ਦੀ ਹੁਣ ਵਿਸ਼ਾਲੀ ਵੱਲ ਦੇ ਤਰਫ ਚੱਲੇ ਆ। ਤੇ ਇਹ ਵਿਸ਼ਾਲੀ ਦਾ ਹੈ ਕਿ ਰੇਖਾ ਜੀ, ਮੈਂ ਤੁਹਾਨੂੰ ਇੱਥੇ ਆਪਣੇ ਦਰਸ਼ਕਾਂ ਨੂੰ ਦੱਸਾਂਗਾ ਕਿ ਇੱਕ ਵਿਸ਼ਾਲੀ ਦੇ ਵਿੱਚ ਬਹੁਤ ਹੀ ਮਤਲਬ ਇੱਕ ਅਕਾਲ ਤੇ ਪਲੇਗ ਫੈਲ ਗਈ ਸੀਗੀ, ਕਿਉਂਕਿ ਬਾਰਿਸ਼ ਨਹੀਂ ਹੋਈ ਸੀ ਬਹੁਤ ਚਿਰ ਤੋਂ। ਸੋਕੇ ਕਰਕੇ ਉੱਥੇ ਇੱਕ ਅਕਾਲ ਪੈ ਗਿਆ ਸੀ ਤੇ ਇੱਕ ਮਹਾਮਾਰੀ ਪਲੇਗ ਫੈਲ ਗਈ ਸੀ। ਤਾਂ ਇੰਨੀ ਗੰਦਗੀ ਫੈਲ ਗਈ ਸੀ ਕਿ ਦੁਨੀਆ ਮਤਲਬ ਇਤਨੀ ਬਿਮਾਰ ਤੇ ਦੁਨੀਆ ਮਰ ਰਹੀ ਸੀ। ਤੇ ਫਿਰ ਉੱਥੇ ਦੇ ਜਿਹੜੇ ਲੋਕ ਆ ਉਹਨਾਂ ਨੇ ਰਾਜਾ ਦੇ ਨਾਲ ਸਲਾਹ ਕੀਤੀ, ਸਭਾ ਬੁਲਾਈ ਤੇ ਸਭਾ 'ਚ ਬੁਲਾ ਕੇ ਕਿਹਾ ਕਿ ਕਿਉਂ ਨਹੀਂ ਅਸੀਂ ਤਥਾਗਤ ਬੁੱਧ ਜੀ ਨੂੰ ਆਪਣੇ ਵਿਸ਼ਾਲੀ ਵਾਸਤੇ ਸੱਦਾ ਦਈਏ ਕਿ ਉਹ ਵਿਸ਼ਾਲੀ ਦੇ ਵਿੱਚ ਆਪਣਾ ਫੇਰਾ ਪਾਉਣ। ਤੇ ਇਹ ਤਾਂ ਤੁਹਾਡੀ ਇਸ ਗੱਲ ਦੇ ਨਾਲ ਵੀ ਮੈਂ ਸਹਿਮਤ ਹਾਂ ਕਿ ਉਹਨਾਂ ਨੂੰ ਸੱਦਾ ਦਿੱਤਾ ਗਿਆ। ਤੇ ਉਸ ਟਾਈਮ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਵਿਸ਼ਾਲੀ ਦਾ ਜਿਹੜਾ ਇੱਕ ਹੋਰ ਵੀ ਇਤਿਹਾਸ ਦੇ ਵਿੱਚ ਬਹੁਤ ਮਹੱਤਵ ਕਿ ਮਹਾਵੀਰ ਜੈਨ ਜਿਹੜੇ ਉਹਨਾਂ ਦੀ ਜਨਮ ਭੂਮੀ ਮੰਨੀ ਜਾਂਦੀ ਹੈ ਵਿਸ਼ਾਲੀ। ਤੇ ਇਹ ਜੋ ਦਰਸ਼ਕਾਂ ਨੂੰ ਬਹੁਤ ਸੋਹਣਾ ਤੁਸੀਂ ਇਹ ਦੱਸਿਆ ਕਿ ਜੋ ਵਿਸ਼ਾਲੀ ਹੈ, ਦਿਸ ਇਜ਼ ਦ ਬਰਥ ਪਲੇਸ ਆਫ ਮਹਾਵੀਰ ਜੈਨ, ਜਿਹੜੇ ਕਿ ਸਮਕਾਲੀ ਸਨ ਤਥਾਗਤ ਬੁੱਧ ਤੇ ਮਹਾਵੀਰ। ਇਹਨਾਂ ਦੋਨਾਂ ਦੀਆਂ ਕਾਫੀ ਸਖਤ ਤਪੱਸਿਆਵਾਂ ਸਨ। ਤੇ ਠੀਕ ਹੈ, ਉਹਨਾਂ ਦੇ ਆਪਣੇ ਮਤ ਦੇ ਵਿੱਚ ਫਰਕ ਸੀ।
ਤੇ ਇਹ ਲੋਕ ਜਿਹੜਾ ਉੱਥੇ ਜਦੋਂ ਤਥਾਗਤ ਬੁੱਧ ਫਿਰ ਉਸ ਵਿਸ਼ਾਲੀ ਨੂੰ ਉਹਨਾਂ ਦਾ ਸੱਦਾ ਜਦੋਂ ਉਹਨਾਂ ਨੂੰ ਮਿਲਿਆ, ਉਹਨਾਂ ਨੇ ਆਪਣੇ ਰਾਜੇ ਦੇ ਮਿੱਤਰ ਦੇ ਪੁੱਤਰ ਜੋ ਆ ਉਹਨਾਂ ਦੇ ਰਾਹੀਂ ਭੇਜਿਆ ਜੋ, ਤੇ ਉਹ ਫਿਰ ਵਿਸ਼ਾਲੀ ਵੱਲ ਨੂੰ ਚੱਲ ਪਿਆ। ਉਸ ਸੱਦੇ ਤੇ ਉਹ ਸੱਦੇ ਆਏ। ਤੇ ਚੱਲਦੇ ਚੱਲਦੇ 500 ਭਿਕਸ਼ੂਆਂ ਦੇ ਨਾਲ ਚੱਲਦੇ ਚੱਲਦੇ ਜਦੋਂ ਵਿਸ਼ਾਲੀ ਦੀ ਹੱਦ ਦੇ ਵਿੱਚ ਪਹੁੰਚਦੇ ਆ ਤੇ ਉਹ ਬੱਜੀਆਂ ਦੀ ਹੱਦ ਦੇ ਵਿੱਚ ਪਹੁੰਚ ਜਾਂਦੇ ਆ। ਤੇ ਜਦੋਂ ਉੱਥੇ ਪਹੁੰਚਦੇ ਆ ਤੇ ਉੱਥੇ ਫਿਰ ਬੱਜੀਆਂ ਦੀ ਹੱਦ ਤੇ ਪਹੁੰਚ ਕੇ ਤੇ 500 ਭਿਕਸ਼ੂਆਂ ਦੇ ਨਾਲ ਉਹ ਇੱਕ ਚਾਂਟਿੰਗ ਕਰਦੇ ਆ ਕਿ ਵਿਸ਼ਾਲੀ ਦੇ ਲੋਕਾਂ ਵਾਸਤੇ, ਭਲੇ ਵਾਸਤੇ। ਬਿਲਕੁਲ। ਤੇ ਜਿਹਨੂੰ ਆਪਾਂ ਰਤਨ ਸੁੱਤ ਕਹਿੰਦੇ ਆ, ਇਹ ਜਿਹੜੀ ਇਹਦੀ ਰਿਸਾਈਟਿੰਗ ਹੋਈ ਆ, ਇਹ ਵਿਸ਼ਾਲੀ ਦੇ ਹੱਦ ਦੇ ਬੱਜੀਆਂ ਦੇ ਹੱਦ ਦੇ ਉੱਪਰ ਉਹ ਉਹਨਾਂ ਨੇ ਚਾਂਟਿੰਗ ਕੀਤੀ ਸੀ, ਰਤਨ ਸੁੱਤ। ਕਿ ਰਤਨ ਸੁੱਤ ਦੇ ਨਾਲ ਉਹਨਾਂ ਨੇ 500 ਭਿਕਸ਼ੂਆਂ ਨੇ ਚਾਂਟਿੰਗ ਕੀਤੀ। ਤਾਂ ਕੁਦਰਤੀ ਗੱਲ ਆ, ਤੇ ਉਸ ਦਿਨ ਫਿਰ ਵਿਸ਼ਾਲੀ ਦੇ ਵਿੱਚ ਬੜੀ ਭਾਰੀ ਬਾਰਿਸ਼ ਹੋਈ। ਬਿਲਕੁਲ। ਕਾਫੀ ਬਾਰਿਸ਼ ਹੋਈ ਤੇ ਉਹ ਬਾਰਿਸ਼ ਦੇ ਨਾਲ ਕੀ ਹੋਇਆ ਕਿ ਸਫਾਈ ਹੋ ਗਈ। ਜੋ ਮੌਤਾਂ ਹੋਈਆਂ ਸੀ, ਜੋ ਗੰਦਗੀ ਸੀ, ਸਾਰੀ ਸਫਾਈ ਹੋ ਗਈ, ਰਾਹਤ ਮਿਲੀ। ਤੇ ਜਿਹੜੇ ਵਿਸ਼ਾਲੀ ਦੇ ਲੋਕ ਸੀ ਉਹਨਾਂ ਨੂੰ ਬੜੀ ਰਾਹਤ ਮਿਲੀ, ਤੇ ਉਹਨਾਂ ਦੀਆਂ ਫਸਲਾਂ ਨੂੰ ਪਾਣੀ ਮਿਲਿਆ, ਉਹਨਾਂ ਨੂੰ ਜੋ ਅਕਾਲ ਪਿਆ ਸੀਗਾ ਉਹ ਖਤਮ ਹੋਇਆ। ਤੇ ਜਦੋਂ ਫਿਰ ਵਿਸ਼ਾਲੀ ਦੇ ਵਿੱਚ ਤਥਾਗਤ ਪਹੁੰਚਦੇ ਆ ਤੇ ਉਹਨਾਂ ਦਾ ਬੜਾ ਨਿੱਘਾ ਸਵਾਗਤ ਹੁੰਦਾ ਕਿ ਆਹ ਤਥਾਗਤ ਸਾਡੇ ਮਤਲਬ ਜਦੋਂ ਆਏ ਆ ਤੇ ਵਿਸ਼ਾਲੀ ਦੇ ਵਿੱਚ ਬਾਰਿਸ਼ ਹੋਈ ਆ। ਤੇ ਉੱਥੇ ਫਿਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਹਾਵੀਰ ਜੈਨ ਦੀ ਦੂਸਰੀ ਜਿਹੜਾ ਉਹਨਾਂ ਦਾ ਧਰਮ ਪ੍ਰਸਾਰ ਜਿਹੜਾ ਉੱਥੇ ਸੀ। ਤੇ ਜਦੋਂ ਉਹਨਾਂ ਨੇ ਤਥਾਗਤ ਬੁੱਧ ਦੇ ਜਿਹੜੇ ਉਪਦੇਸ਼ ਸੁਣੇ ਤੇ ਉਹ ਫਿਰ ਤਥਾਗਤ ਬੁੱਧ ਦੇ ਫਿਰ ਉਪਾਸਕ ਬਣ ਜਾਂਦੇ ਆ ਵਿਸ਼ਾਲੀ ਦੇ ਵਿੱਚ। ਇੱਥੇ ਫਿਰ ਰਤਨ ਸੁੱਤ ਜਿਹੜਾ ਆ ਕਿ ਜਦੋਂ ਪੰਤੇ ਜੀ ਆਪਾਂ ਕਿਤੇ ਕੋਈ ਬਿਮਾਰ ਹੁੰਦੇ ਆ ਜਾਂ ਕਿਤੇ ਆ ਤੇ ਪੰਤੇ ਜੀ ਫਿਰ ਇਸ ਰਤਨ ਸੁੱਤ ਦੀ ਚਾਂਟਿੰਗ ਕਰਦੇ ਆ। ਬਿਲਕੁਲ। ਤੇ ਜਿਸ ਤਰ੍ਹਾਂ ਵਿਸ਼ਾਲੀ ਦੀ ਯਾਤਰਾ ਜਿਹੜੀ ਉਹਨਾਂ ਦੀ ਬਹੁਤ ਹੀ ਪ੍ਰਫੁੱਲਿਤ ਜਿਹੜੀ ਯਾਤਰਾ ਮੰਨੀ ਗਈ, ਤੇ ਉਸ ਤੋਂ ਬਾਅਦ ਫਿਰ ਉਹ ਆਪਣੀ ਗਾਹਾਂ ਦੀ ਯਾਤਰਾ, ਜਿਸ ਤਰ੍ਹਾਂ ਉਹਨਾਂ ਨੂੰ ਪਤਾ ਤਥਾਗਤ ਭਗਵਾਨ ਬੁੱਧ ਜਿਹੜੇ ਤਥਾਗਤ ਬੁੱਧ ਸਨ, ਉਹਨਾਂ ਨੂੰ ਇਹ ਮਹਿਸੂਸ ਹੋ ਚੁੱਕਾ ਸੀ ਕਿ ਹੁਣ ਸਮਾਂ ਆ ਗਿਆ ਹੈ। ਤੇ ਉਹਨਾਂ ਦੇ ਜਿਹੜੇ ਸੇਵਕ, ਜਿਹੜੇ ਕਿ ਉਹਨਾਂ ਦੇ ਪ੍ਰਿਯ ਮਿੱਤਰ ਵੀ ਸਨ, ਆਨੰਦ, ਉਹ ਉਹਨਾਂ ਨਾਲ ਇਸ ਬਾਰੇ ਗੱਲ ਕਰ ਚੁੱਕੇ ਸੀਗੇ ਕਿ ਹੁਣ ਉਹਨਾਂ ਦਾ ਜਿਹੜਾ ਸਮਾਂ ਹੈ, ਜਿਹੜਾ ਉਹਨਾਂ ਦਾ ਉਹ ਆ ਚੁੱਕਾ ਹੈ। ਤੇ ਉਹਨਾਂ ਨੇ ਫਿਰ ਜਿਸ ਤਰ੍ਹਾਂ ਉਹਨਾਂ ਨੂੰ ਦੱਸਿਆ ਆਨੰਦ ਨੂੰ ਕਿ ਨਿਰਵਾਣ ਜਿਹੜਾ ਹੈ ਉਸ ਦਾ ਉਹਨਾਂ ਨੂੰ ਮਹਿਸੂਸ ਹੋ ਚੁੱਕਾ, ਤੇ ਉਹ ਆਨੰਦ ਨੂੰ ਦੱਸਦੇ ਹਨ ਕਿ ਹੁਣ ਜਿਹੜਾ ਸਮਾਂ ਆ ਚੁੱਕਾ ਹੈ ਤੇ ਹੁਣ ਉਹਨਾਂ ਨੇ ਬਹੁਤ ਥੋੜੇ ਸਮੇਂ ਤੋਂ ਬਾਅਦ ਆਪਣੇ ਜਿਹੜਾ ਮਹਾਪਰਿਨਿਰਵਾਣ ਨੂੰ ਪ੍ਰਾਪਤ ਕਰ ਜਾਣਾ ਹੈ। ਤੇ ਉਹ ਉਸ ਟਾਈਮ ਸੋਚਦੇ ਸੀ ਉਹਨਾਂ ਦੇ ਹਾਲੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਕਰਨੀਆਂ। ਤੇ ਜਦੋਂ ਇਸ ਗੱਲਬਾਤ ਤੋਂ ਬਾਅਦ ਆਨੰਦ ਦੀ ਜਿਹੜੀ ਮਾਨਸਿਕ ਦਸ਼ਾ ਸੀ, ਮਨ ਜਿਹੜਾ ਉਹਦਾ ਸੀਗਾ ਬੜਾ ਵਿਚਲਿਤ ਹੋ ਗਿਆ ਸੀਗਾ। ਤੇ ਤੁਸੀਂ ਉਹਨਾਂ ਦੇ ਸਥਿਤੀ ਦੇ ਬਾਰੇ ਕੁਝ ਸਾਨੂੰ ਦੱਸੋਗੇ ਕਿ ਕਿਸ ਤਰ੍ਹਾਂ ਆਨੰਦ ਮਹਿਸੂਸ ਕਰ ਰਿਹਾ ਸੀ ਉਸ ਗੱਲਬਾਤ ਤੋਂ ਬਾਅਦ? ਹਾਂ ਰੇਖਾ ਜੀ, ਇੱਥੋਂ ਦੇਖੋ ਵਿਸ਼ਾਲੀ ਦੇ ਵਿੱਚ ਜਦੋਂ ਆਏ ਆ ਤੇ ਉਹਨਾਂ ਦਾ ਬੜਾ ਨਿੱਘਾ ਸਵਾਗਤ ਹੁੰਦਾ ਹੈ। ਬਿਲਕੁਲ। ਉਸ ਦਿਨ ਦੂਸਰੇ ਦਿਨ ਫਿਰ ਆਪਣੀ ਭਿੱਖਿਆ ਲੈ ਕੇ, ਭਿੱਖਿਆ ਦਾ ਉਹਦਾ ਭੋਜਨ ਕਰਕੇ ਤਥਾਗਤ ਬੁੱਧ ਜਿਹੜੇ ਆ ਉਹ ਆਨੰਦ ਨੂੰ ਕਹਿੰਦੇ ਆ ਵੀ ਹੁਣ ਆਪਾਂ ਚੱਲੀਏ। ਤੇ ਲੇਕਿਨ ਜਾਣ ਤੋਂ ਪਹਿਲਾਂ ਤਥਾਗਤ ਬੁੱਧ ਵਿਸ਼ਾਲੀ ਵੱਲ ਨੂੰ ਬੜੀ ਗੰਭੀਰਤਾ ਦੇ ਨਾਲ ਦੇਖਦੇ ਆ ਕਿ ਜਿਸ ਤਰ੍ਹਾਂ ਇੱਕ ਹਾਥੀ ਮਤਲਬ ਐਨ ਇੱਕ ਵਾਰੀ ਅੱਖਾਂ ਖੋਲ੍ਹ ਕੇ ਵਿਸ਼ਾਲੀ ਨੂੰ ਮਤਲਬ ਪੂਰੀ ਵਿਸ਼ਾਲੀ ਨੂੰ ਦੇਖ ਰਹੇ ਆ। ਤੇ ਆਨੰਦ ਜਿਹੜੇ ਆ ਉਹ ਬੜੇ ਹੈਰਾਨ ਹੁੰਦੇ ਆ ਕਿ ਅੱਜ ਕੀ ਗੱਲ ਹੈ ਤਥਾਗਤ। ਤੇ ਉਹਨਾਂ ਨੂੰ ਪੁੱਛਦੇ ਆ ਤਥਾਗਤ ਅੱਜ ਕੀ ਗੱਲ ਹੈ, ਤੁਸੀਂ ਵਿਸ਼ਾਲੀ ਨੂੰ ਬੜੀ ਗੰਭੀਰਤਾ ਦੇ ਨਾਲ ਦੇਖ ਰਹੇ ਆ। ਤੇ ਤਥਾਗਤ ਬੁੱਧ ਕਹਿੰਦੇ ਆ ਕਿ ਵਿਸ਼ਾਲੀ ਦੀ ਜਿਹੜੀ ਹੈ ਇਹ ਮੇਰੀ ਆਖਰੀ ਯਾਤਰਾ ਆ, ਇਸ ਕਰਕੇ ਮੈਂ ਵਿਸ਼ਾਲੀ ਨੂੰ ਬੜੇ ਗੌਰ ਦੇ ਨਾਲ ਦੇਖ ਰਿਹਾ ਕਿ ਇਹ ਤੋਂ ਬਾਅਦ ਮੈਂ ਵਿਸ਼ਾਲੀ ਮੁੜ ਕੇ ਵਾਪਸ ਪਤਾ ਲੱਗ ਗਿਆ ਸੀ ਕਿ ਵਿਸ਼ਾਲੀ ਜਿਹੜੀ ਉਹਨਾਂ ਦੀ ਇਹ ਆਖਰੀ ਦ੍ਰਿਸ਼ਟੀ ਨਾਲ ਉਹ ਵਿਸ਼ਾਲੀ ਨੂੰ ਦੇਖ ਰਹੇ ਆ। ਤੇ ਉਹ ਉਹਨੂੰ ਪੂਰੇ ਆਪਣਾ ਜਿਹੜਾ ਉਹਨਾਂ ਦਾ ਮਨ ਸੀ, ਮਨੋਂ ਉਹਨਾਂ ਨੇ ਉਸ ਵਿਸ਼ਾਲੀ ਦੇ ਦਰਸ਼ਨ ਜਿਹੜੇ ਕੀਤੇ ਉਸ ਟਾਈਮ, ਤੇ ਆਨੰਦ ਨਾਲ ਉਸ ਨਾਲ ਜਿਹੜੀ ਵਾਰਤਾ ਸਾਰੀ ਕੀਤੀ। ਬਿਲਕੁਲ। ਵਿਸ਼ਾਲੀ ਨੂੰ ਫਿਰ ਦੇਖ ਕੇ ਤਾਂ ਫਿਰ ਉੱਥੋਂ ਚੱਲ ਪੈਂਦੇ ਆ। ਫਿਰ ਉਹ ਪਾਵਾ ਵੱਲ ਦੀ ਚੱਲਦੇ ਆ। ਹਾਂਜੀ। ਤੇ ਪਾਵਾਂ ਦੇ ਇੱਥੇ ਵੀ ਬਹੁਤ ਹੀ ਮਤਲਬ ਇੱਕ ਜਿਹੜੀ ਇੱਕ ਘਟਨਾ ਹੁੰਦੀ ਆ, ਕਿਉਂਕਿ ਨੈਚੁਰਲ ਆ ਕਿ ਪਾਵਾ ਜਦੋਂ ਪਹੁੰਚਦੇ ਆ ਤੇ ਪਾਵਾ ਦੇ ਵਿੱਚ ਇੱਕ ਬਗੀਚੇ ਵਿੱਚ ਠਹਿਰਦੇ, ਅੰਬਾਂ ਦੇ ਬਗੀਚੇ ਦੇ ਵਿੱਚ। ਠੀਕ। ਅੰਬਾਂ ਦੇ ਬਗੀਚਾ ਜੋ ਇੱਕ ਉੱਥੇ ਦਾ ਸੁਨਿਆਰ ਚੁੰਦ ਆ, ਉਹਦਾ ਬਗੀਚਾ ਆ। ਜਦੋਂ ਉਹ ਸੁਨਿਆਰ ਚੁੰਦ ਨੂੰ ਪਤਾ ਲੱਗਦਾ ਕਿ ਵੀ ਤਥਾਗਤ ਮੇਰੇ ਬਗੀਚੇ 'ਚ ਆਏ ਹੋ ਆ, ਤਾਂ ਉਹ ਉਹਨਾਂ ਕੋਲ ਜਾ ਕੇ ਤਾਂ ਉਹਨਾਂ ਨੂੰ ਪ੍ਰਣਾਮ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਇਹ ਤਥਾਗਤ ਵੀ ਤੁਸੀਂ ਭੋਜਨ ਜਿਹੜਾ ਕੱਲ੍ਹ ਦਾ ਆ
ਸਾਡੇ ਘਰ ਤੁਸੀਂ ਕਰੋਗੇ। ਤਾਂ ਉਹ ਤਥਾਗਤ ਬੁੱਧ ਉਹਨਾਂ ਦਾ ਸੱਦਾ ਕਬੂਲ ਕਰ ਜਿਹੜਾ ਲੈਂਦੇ, ਕਬੂਲ ਕੀਤਾ। ਲੇਕਿਨ ਉਹ ਖਾਣਾ ਖਾਧਾ, ਇਹ ਤਾਂ ਕੁਦਰਤੀ ਹੁੰਦਾ ਕਿ ਹੁਣ ਤਥਾਗਤ ਬਜ਼ੁਰਗ ਹੋ ਚੁੱਕੇ ਆ, ਬਿਰਧ ਅਵਸਥਾ ਦੇ ਵਿੱਚ ਆ, ਬਿਲਕੁਲ ਤੇ ਉਹ ਖਾਣਾ ਉਹਨਾਂ ਨੂੰ ਸਹੀ ਨਹੀਂ ਬੈਠਾ। ਸਹੀ ਨਹੀਂ ਮਿਲਦਾ। ਤੇ ਮਤਲਬ ਉੱਥੋਂ ਇੱਕ ਤਾਂ ਕਮਜ਼ੋਰ ਸੀਗੇ, ਇੱਕ ਥੋੜ੍ਹਾ ਜਿਹਾ ਫਿਰ ਪੇਟ ਦੇ ਵਿੱਚ ਨੁਕਸ ਪੈਣ ਕਰਕੇ ਤਾਂ ਉਹ ਜਿਹੜਾ ਖਾਣਾ ਉਹਨਾਂ ਨੂੰ ਠੀਕ ਨਹੀਂ ਪਹੁੰਚਿਆ। ਤੇ ਉਦੋਂ ਬਾਅਦ ਫਿਰ ਉੱਥੋਂ ਹੌਲੀ ਹੌਲੀ ਆਰਾਮ ਕਰਦੇ ਕਰਦੇ ਤੇ ਉੱਥੋਂ ਵਿਦਿਆ ਲੈਂਦੇ ਪਾਵਾ ਤੋਂ, ਫਿਰ ਕੁਸ਼ੀਨਾਰ ਵੱਲ ਨੂੰ ਚੱਲ ਪੈਂਦੇ ਆ ਜੀ। ਤੇ ਜਿਹੜਾ ਕੁਸ਼ੀਨਾਰ ਆ ਤੇ ਉਹ ਉੱਥੋਂ ਜਦੋਂ ਉੱਥੇ ਨੂੰ ਤੁਰਦੇ ਆ ਤੇ ਇਹ ਕੁਸ਼ੀਨਾਰ ਤੁਹਾਨੂੰ ਪਤਾ ਹੋਊਗਾ ਕਿ ਇਹ ਮੱਲਾਂ ਦੀ ਰਾਜਧਾਨੀ ਸੀ ਉਦੋਂ। ਉੱਥੇ ਕੁਸ਼ੀਨਾਰ ਪਾਵਾ ਦੇ ਵਿੱਚ ਮੱਲ ਰਾਜ ਕਰਦੇ ਸੀਗੇ ਤੇ ਮੱਲਾਂ ਦੀ ਰਾਜੀ ਕੁਸ਼ੀਨਾਰ ਆ। ਤੇ ਉਧਰ ਨੂੰ ਫਿਰ ਆਨੰਦ ਨੂੰ ਕਹਿੰਦੇ ਆ ਕਿ ਚਲੋ ਅੱਜ ਹੁਣ ਆਪਾਂ ਕੁਸ਼ੀਨਾਰ ਚੱਲੀਏ। ਤੇ ਹੁਣ ਤਥਾਗਤ ਦੀ ਸਿਹਤ ਜਿਹੜੀ ਆ, ਇੱਕ ਤਾਂ ਬਿਮਾਰ ਆ, ਸਿਆਣੀ ਉਮਰ ਕਰਕੇ ਠੀਕ ਨਹੀਂ ਆ, ਤੋਂ ਪਾਵਾ ਤੋਂ ਹੌਲੀ ਹੌਲੀ ਚੱਲ ਕੇ ਕੁਸ਼ੀਨਾਰਾ ਪਹੁੰਚ ਜਾਂਦੇ ਆ। ਬਿਲਕੁਲ। ਤੇ ਕੁਸ਼ੀਨਾਰਾ ਪਹੁੰਚ ਕੇ ਰਸਤੇ ਦੇ ਵਿੱਚ ਥਾਵਾਂ ਤੇ ਆਰਾਮ ਕੀਤਾ। ਤੇ ਹੁਣ ਆਨੰਦ ਨੂੰ ਕਹਿੰਦੇ ਕਿ ਆਨੰਦ ਚਲੋ ਮੱਲਾਂ ਦੇ ਸ਼ਾਲ ਵਣ ਦੇ ਵਿੱਚ ਚੱਲੀਏ। ਤਾਂ ਹੌਲੀ ਹੌਲੀ ਫਿਰ ਸ਼ਾਲ ਵਣ ਦੇ ਵਿੱਚ ਪਹੁੰਚਦੇ ਆ। ਤੇ ਸ਼ਾਲ ਵਣ ਦੇ ਵਿੱਚ ਜਾ ਕੇ ਤੇ ਦੋ ਸ਼ਾਲ ਵਣ ਦੇ ਜੋ ਪੇੜ ਆ ਤੇ ਉਹਨਾਂ ਦੇ ਵਿਚਾਲੇ ਤਥਾਗਤ ਕਹਿੰਦੇ ਆ ਕਿ ਆਨੰਦ ਮੈਂ ਬਹੁਤ ਥਕਾਵਟ ਮਹਿਸੂਸ ਕਰਦਾ ਆ, ਤੇ ਇੱਦਾਂ ਕਰੋ ਕਿ ਮੈਨੂੰ ਹੁਣ ਇੱਥੇ ਸੰਗਾਟੀ, ਜਿਹਨੂੰ ਆਪਾਂ ਤਲਾਈ ਜਾਂ ਚਾਦਰ ਕਹਿ ਲਏ, ਵੀ ਇੱਥੇ ਮੈਨੂੰ ਵਿਛਾ ਦੇ, ਤਥਾਗਤ ਨੇ ਆਰਾਮ ਕਰਨਾ ਆ। ਤਾਂ ਇੱਥੇ ਫਿਰ ਉਹਨਾਂ ਨੂੰ ਜਦੋਂ ਉਹਨਾਂ ਨੇ ਵਿਛਾਇਆ ਤੇ ਉਹਨਾਂ ਨੇ ਆਨੰਦ ਜਿਹੜਾ ਹੈ ਉਹਨਾਂ ਦੀ rest ਕਰਨ ਲੱਗ ਸੇਵਾ ਪਿਆ। ਦੇ ਭਾਵਨਾ ਦੇ ਵਿੱਚ ਉਹਨਾਂ ਦੇ ਬਿਸਤਰ ਲਗਾਉਂਦਾ ਤੇ ਉਹਨਾਂ ਨੂੰ ਆਰਾਮ ਕਰਨ ਦੇ ਲਈ। ਤੇ ਆਨੰਦ ਨੂੰ ਫਿਰ ਉਹ ਕਹਿੰਦੇ ਆ ਕਿ ਹੁਣ ਤਥਾਗਤ ਆ, ਜ਼ਿਆਦਾ ਚਿਰ ਨਹੀਂ, ਹੁਣ ਤਥਾਗਤ ਦਾ ਆਖਰੀ ਸਮਾਂ ਆਉਣ ਵਾਲਾ ਆ। ਤੇ ਲੇਕਿਨ ਇੱਥੇ ਮੈਂ ਇੱਕ ਹੋਰ ਗੱਲ ਕਰਾਂ ਕਿ ਜਾਂਦੇ ਜਾਂਦੇ ਫਿਰ ਉੱਥੇ ਇੱਕ ਸੁਭੱਦਰ ਨਾਂ ਦਾ। ਬਿਲਕੁਲ, ਇਹ ਤੁਹਾਨੂੰ ਸਵਾਲ ਤੁਸੀਂ ਬਹੁਤ ਵਧੀਆ ਨਾਂ ਲਿਆ ਕਿ ਉਹਨਾਂ ਦੀ ਇਹ ਜਿਹੜੀ ਮੰਨੀ ਜਾਂਦੀ ਹੈ ਸੁਭੱਦਰ ਨਾਮ ਦੇ, ਵੀ ਇਹ ਆਖਰੀ ਦੀਕਸ਼ਾ ਉਹਨਾਂ ਨੇ ਦਿੱਤੀ ਸੀਗੀ। ਤੇ ਉਹਨਾਂ ਦਾ ਕੀ ਨਾਂ ਸੀ ਪੂਰਾ? ਉਹਨਾਂ ਦਾ ਨਾਂ ਇੱਕ ਬ੍ਰਾਹਮਣ ਸੁਭੱਦਰ ਪਰਿਵਾਰ ਰਾਜਕ ਸੀਗਾ। ਤੇ ਉਹਨੂੰ ਫਿਰ ਆਖਰੀ ਦੀਕਸ਼ਾ ਦਿੱਤੀ। ਉਹ ਵੀ ਕਾਫੀ ਆਪਣੇ ਜੱਗਾਂ ਦੇ ਵਿੱਚ ਹੋਰ ਬਲੀਆਂ ਦੇ ਵਿੱਚ ਯਕੀਨ ਰੱਖਦਾ ਸੀ। ਤੇ ਜਦੋਂ ਤਥਾਗਤ ਬੁੱਧ ਕੋਲ ਪਹੁੰਚੇ ਤਾਂ ਉਹਨਾਂ ਨੇ ਫਿਰ ਉਹਨੂੰ ਸਮਝਾਇਆ ਕਿ ਵੀ ਐਵੇਂ ਇਸ ਤਰ੍ਹਾਂ ਵਕਤ ਨਾ ਖਰਾਬ ਕਰ, ਜੇ ਅਗਰ ਸੱਚਾ ਧਰਮ ਹੈ ਤੇ ਆਹ ਮੇਰੀਆਂ ਸਿੱਖਿਆਵਾਂ ਆ। ਤੇ ਇਹ ਉਹ ਜਦੋਂ ਉਹਨਾਂ ਨੇ ਸਿੱਖਿਆਵਾਂ ਉਹਨਾਂ ਦੀਆਂ ਉਪਦੇਸ਼ ਦਿੱਤਾ ਤੇ ਇਹ ਉਹਨਾਂ ਦੀ ਆਖਰੀ ਦੀਕਸ਼ਾ ਜਿਹੜੀ ਆ ਮੰਨੀ ਆ। ਤੇ ਹੁਣ ਤਥਾਗਤ ਜਿਹੜੇ ਆ ਬਹੁਤ ਬਿਰਧ ਹੋ ਚੁੱਕੇ ਆ ਤੇ ਆਰਾਮ ਕਰ ਰਹੇ ਆ। ਲੇਕਿਨ ਉਹਨਾਂ ਦੇ ਮਨ ਦੇ ਵਿੱਚ ਫੇਰ ਆਉਂਦਾ ਕਿ ਆਨੰਦ ਨੂੰ ਕਹਿੰਦੇ ਆ ਕਿ ਆਨੰਦ, ਭਿਕਸ਼ੂਆਂ ਨੂੰ ਕਹੋ ਕਿ ਜੇ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਵਹਿਮ ਭਰਮ ਸ਼ੰਕਾ ਆ, ਉਹ ਜ਼ਰੂਰ ਮੈਨੂੰ ਦੱਸਣ, ਕਿ ਕੱਲ ਨੂੰ ਇਹ ਨਾ ਹੋਵੇ ਕਿ ਮੇਰੇ ਜਾਨ ਪਰੀ ਨਿਰਵਾਣ ਤੋਂ ਬਾਅਦ ਤਾਂ ਕਹਿਣ ਕਿ ਵੀ ਤਥਾਗਤ ਤੋਂ ਅਸੀਂ ਆਹ ਪੁੱਛਣਾ ਸੀ। ਤਾਂ ਪਲੀਜ਼ ਹੁਣ ਕਹਿੰਦੇ ਮਿਹਰਬਾਨੀ ਕਰਕੇ ਇਹਨਾਂ ਨੂੰ ਕਹੋ। ਤੇ ਉਹ ਕੋਈ ਨਹੀਂ ਬੋਲਿਆ। ਇੱਕ ਵਾਰੀ ਫੇਰ ਕਹਿੰਦੇ ਭਿਕਸ਼ੂ ਕਿ ਜੇ ਤੁਹਾਡੇ ਮਨ ਦੇ ਵਿੱਚ ਸ਼ੱਕ ਵਹਿਮ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਸਵਾਲ ਆ ਤੇ ਤੁਸੀਂ ਮੈਨੂੰ ਦੱਸ ਸਕਦੇ ਆ, ਮੈਂ ਉਹਦਾ ਤੁਹਾਨੂੰ ਜਵਾਬ ਦੇਵਾਂ। ਫੇਰ ਨਹੀਂ ਬੋਲਿਆ। ਤੀਸਰੀ ਵਾਰੀ ਫੇਰ ਕਿਹਾ ਤਾਂ ਫੇਰ ਨਹੀਂ ਕੋਈ ਬੋਲਿਆ। ਤਾਂ ਫੇਰ ਤਥਾਗਤ ਦੇਖੋ ਉਹਨਾਂ ਦੇ ਵਿੱਚ ਕਰੁਣਾ ਕਿੰਨੀ ਆ। ਤੇ ਉਹ ਕਹਿੰਦੇ ਕਿ ਮੈਨੂੰ ਪਤਾ ਕਿ ਤੁਸੀਂ ਮੇਰੇ ਲਈ ਬਹੁਤ ਸਤਿਕਾਰ ਰੱਖਦੇ ਆ, ਮੇਰਾ ਬਹੁਤ ਇੱਜ਼ਤ ਕੀਤੀ ਆ, ਮੇਰੀ ਸੇਵਾ ਕੀਤੀ ਆ, ਮੇਰੇ ਧੰਮ ਦਾ ਪ੍ਰਚਾਰ ਕਰ ਰਹੇ ਆ। ਲੇਕਿਨ ਜੇ ਤੁਹਾਡੇ 'ਚ ਹੌਸਲਾ ਨਹੀਂ ਪੈਂਦਾ, ਕਿਸੇ ਆਪਣੇ ਮਿੱਤਰ ਨੂੰ ਕਹਿ ਦਿਓ ਕਿ ਮੈਨੂੰ ਪੁੱਛੋ ਕਿ ਵੀ ਕੋਈ ਜੋ ਤੁਹਾਡੇ ਮਨ ਦੀ ਭਾਵਨਾ ਹੈਗੀ ਆ, ਸ਼ੰਕਾ ਹੈਗੀ, ਤੇ ਮੈਂ ਮਤਲਬ ਪਰਿਨਿਰਵਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਸਕਾਂ। ਲੇਕਿਨ ਫਿਰ ਉੱਥੇ ਕੋਈ ਨਹੀਂ ਬੋਲਿਆ। ਤੇ ਫਿਰ ਤਥਾਗਤ ਆਨੰਦ ਨੂੰ ਤਾਂ ਪਹਿਲਾਂ ਹੀ ਦੱਸ ਚੁੱਕੇ ਸੀਗੇ ਕਿ ਹੁਣ ਆਨੰਦ ਜਿਹੜੇ ਆ ਵੀ ਹੁਣ ਤਥਾਗਤ ਹੁਣ ਜ਼ਿਆਦਾ ਚਿਰ ਨਹੀਂ ਰਹਿਣ ਵਾਲੇ। ਤਾਂ ਉਹਨਾਂ ਨੇ ਫਿਰ ਕਿਹਾ ਕਿ ਉਹਨਾਂ ਨੂੰ ਸੰਬੋਧਨ ਕਰਕੇ ਫਿਰ ਜਿਹੜਾ ਉਹਨਾਂ ਦਾ ਭਿਕਸ਼ੂਆਂ ਨੂੰ ਜਿਹੜੀ ਉਹਨਾਂ ਦੀ ਆਖਰੀ ਸੰਬੋਧਨ ਸੀਗਾ, ਉਹਦੇ ਵਿੱਚ ਉਹਨਾਂ ਨੂੰ ਸਵਾਲ ਪੁੱਛੇ ਵੀ ਜੇਕਰ ਤੁਹਾਡੇ ਮਨ ਦੀ ਕੋਈ ਸ਼ੰਕਾ ਹੈਗੀ, ਕਰਕੇ ਉਹ ਜਾਣਦੇ ਸੀ, ਤਥਾਗਤ ਬੁੱਧ ਜਾਣਦੇ ਸੀ ਕਿ ਇਹਨਾਂ ਦੇ ਮਨ ਦੇ ਵਿੱਚ ਸ਼ੰਕਾਵਾਂ ਚੜ ਰਹੀਆਂ, ਕਰਕੇ ਉਹਨਾਂ ਦੇ ਲਈ ਇਹ ਸ਼ੋਕਜਨਕ ਸੀਗਾ ਕਿ ਜਿਹੜੇ ਤਥਾਗਤ ਬੁੱਧ ਆ ਉਹ ਹੁਣ ਜਿਹੜੇ ਨਿਰਵਾਣ ਦੀ ਜਿਹੜੀ ਪ੍ਰਾਪਤੀ ਉਹਨਾਂ ਨੂੰ ਛੇਤੀ ਥੋੜ੍ਹੇ ਸਮੇਂ ਵਿੱਚ ਹੋ ਜਾਣੀ ਆ। ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਨੰਦ ਦੀ ਜਿਹੜੀ ਸਥਿਤੀ ਉਸ ਟਾਈਮ ਜਿਹੜੀ ਸੀਗੀ, ਬਹੁਤ ਉਹਦਾ ਮਨ ਉਦਾਸ ਸੀਗਾ। ਤੇ ਤਥਾਗਤ ਭਗਵਾਨ ਨੇ
ਜਿਹੜੇ ਉਹਨਾਂ ਨੇ ਪੁੱਛਿਆ ਸੀ ਕਿ ਆਨੰਦ ਕਿੱਥੇ ਹੈ। ਹਾਂ ਤੇ ਭਿਕਸ਼ੂਆਂ ਨੂੰ ਉਹਨਾਂ ਨੇ ਸਵਾਲ ਕੀਤਾ ਕਿ ਆਨੰਦ ਕਿੱਥੇ ਹੈ, ਤੇ ਜਦੋਂ ਆਨੰਦ ਦੇ ਬਾਰੇ ਦੱਸਿਆ ਕਿ ਆਨੰਦ ਇੱਕ ਪਾਸੇ ਜਾ ਕੇ ਸ਼ੋਕ ਦਿਸ਼ਾ ਦੇ ਵਿੱਚ ਉਹਦਾ ਮਨ ਡਾਵਾਡੋਲ, ਉਹ ਮਹਿਸੂਸ ਕਰਦਾ ਸੀ ਕਿ ਮੈਂ ਇਹਨਾਂ ਤੋਂ ਬਿਨਾਂ ਕਿੱਦਾਂ ਰਹਿ ਸਕੂੰਗਾ। ਜੀ ਜੀ ਜੀ। ਤੇ ਫਿਰ ਉਹਨੂੰ ਸੱਦਿਆ ਗਿਆ ਭਿਕਸ਼ੂਆਂ ਵੱਲੋਂ ਸੁਨੇਹਾ ਦੇ ਕੇ ਕਿ ਤੈਨੂੰ ਤਥਾਗਤ ਭਗਵਾਨ ਜਿਹੜੇ ਆ, ਤਥਾਗਤ ਬੁੱਧ ਤੈਨੂੰ ਬੁਲਾਉਂਦੇ ਆ। ਤਾਂ ਫਿਰ ਉਸ ਬਾਰੇ ਤੁਸੀਂ ਕੁਝ ਦੱਸੋਗੇ ਕਿ ਉਹਨਾਂ ਨੇ ਉਸ ਦੇ ਨਾਲ, ਆਨੰਦ ਦੇ ਨਾਲ ਤਥਾਗਤ ਬੁੱਧ ਜਿਹੜੇ, ਉਹਨਾਂ ਦੀ ਕਿਸ ਤਰ੍ਹਾਂ ਦੀ ਵਾਰਤਾ ਹੋਈ? ਹਾਂ ਉਹਦੇ ਵਿੱਚ ਦੇਖੋ, ਜਦੋਂ ਦੇਖੋ ਇਹ ਸਮਾਂ ਕਿੰਨਾ, ਹੁਣ ਜਦੋਂ ਵੀ ਕੋਈ ਬਜ਼ੁਰਗ, ਜਦੋਂ ਸਾਡੇ ਆਪਣੇ ਬਜ਼ੁਰਗ ਆ, ਜਦੋਂ ਉਹਨਾਂ ਦਾ ਆਖਰੀ ਟਾਈਮ ਹੁੰਦਾ ਤੇ ਜਿਹੜਾ ਪਰਿਵਾਰ ਆ ਉਹ ਸ਼ੋਕ ਦੇ ਵਿੱਚ ਹੁੰਦਾ। ਬਿਲਕੁਲ। ਆਨੰਦ ਜੀ ਜਿਹੜੇ ਆ ਉਹਨਾਂ ਨੇ ਤਾਂ ਸਾਰੀ ਜ਼ਿੰਦਗੀ ਮਤਲਬ ਉਹ ਤਥਾਗਤ ਦੀ ਸੇਵਾ ਦੇ ਵਿੱਚ ਰਹੇ ਤੇ ਉਹਨਾਂ ਨੂੰ ਬੜਾ, ਉਹਨਾਂ ਪ੍ਰਿਯ ਮਿੱਤਰ ਵੀ ਸੀਗੇ। ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਪ੍ਰਿਯ ਮਿੱਤਰ ਵੀ ਹੋ, ਤੇ ਉਹਨਾਂ ਨੇ ਸਾਰੀ ਉਮਰ ਉਹਨਾਂ ਦੀ ਜਿੰਨਾ ਚਿਰ ਤਥਾਗਤ ਬੁੱਧ ਦੀ ਸੇਵਾ ਕੀਤੀ। ਤਾਂ ਇੱਥੇ ਫਿਰ ਜਦੋਂ ਭਿਕਸ਼ੂਆਂ ਦੀ ਗੱਲ ਚੱਲਦੀ ਕਿ ਉਹਨਾਂ ਨੇ ਕੋਈ ਸਵਾਲ ਨਹੀਂ ਕੀਤਾ, ਤਾਂ ਫਿਰ ਤਥਾਗਤ ਬੁੱਧ ਕਹਿੰਦੇ ਆ ਕਿ ਵੀ ਦੇਖ, ਮੈਂ ਤੁਹਾਨੂੰ ਇਹ ਸਮਝਾਉਣਾ ਆ ਕਿ ਹਰ ਇੱਕ ਚੀਜ਼ ਇੱਥੇ ਦੁਨੀਆ ਤੇ ਆ, ਐਵਰੀਥਿੰਗ ਇਜ਼ ਇੰਪਰਮਾਨੈਂਟ। ਜੋ ਪੈਦਾ ਹੁੰਦੀ ਆ ਉਹ ਕਿ ਨਸ਼ਟ ਹੋਣ ਵਾਲੀ ਆ। ਹਾਂ, ਤੇ ਤੁਸੀਂ ਆਪਣੇ ਅਪਰਮਾਦ ਨਾਲ ਆਪਣੇ ਮਨੋਰਥ ਪੂਰਾ ਕਰਨ ਵਾਸਤੇ ਲੱਗੇ ਰਹੋ। ਇਹ ਤਥਾ, ਇਹ ਉਹਨਾਂ ਦੇ ਆਖਰੀ ਲਫ਼ਜ਼ ਆ। ਤੇ ਆਨੰਦ ਨੂੰ ਕਹਿ ਦਿੱਤਾ ਕਿ ਆਨੰਦ, ਕਿ ਆ ਜਿਹੜੀ ਵਿਸਾਖ ਦੀ ਪੂਰਨਿਮਾ, ਹੁਣ ਪੂਰਨਿਮਾ ਦੇ ਜਿਹੜੀ ਤੀਸਰੇ ਪਹਿਰ ਤੇ ਤਥਾਗਤ ਮਹਾਪਰਿਨਿਰਵਾਣ, ਜਿਹੜੀ ਤੀਜੀ ਪਹਿਰ ਹੋਈ, ਮਹਾਪਰਿਨਿਰਵਾਣ ਨੂੰ ਪ੍ਰਾਪਤ ਕਰ ਜਾਣਗੇ। ਆਨੰਦ ਬੜਾ ਸ਼ੌਕ ਦੇ ਵਿੱਚ ਤੋਂ ਪਰੇ ਚਾਹ ਕੇ ਰੋਣ ਲੱਗ ਜਾਂਦਾ। ਤੇ ਤਥਾਗਤ ਦੇਖਦੇ ਆ ਕਿ ਆਨੰਦ ਨਹੀਂ ਦਿਖ ਰਿਹਾ। ਭਿੱਖੂਆਂ ਨੂੰ ਪੁੱਛਦੇ ਆ ਕਿ ਆਨੰਦ ਕਿੱਥੇ ਆ? ਉਹ ਕਹਿੰਦੇ ਤਥਾਗਤ ਉਹ ਤਾਂ ਬਹੁਤ ਸ਼ੌਕ ਦੇ ਵਿੱਚ ਆ, ਉਧਰ ਪੇੜ ਦੇ ਪਿੱਛੇ ਰੋ ਰਿਹਾ। ਉਹ ਆਨੰਦ ਨੂੰ ਕਹਿੰਦੇ ਲੈ ਕੇ ਆਓ। ਤੇ ਆਨੰਦ ਆਉਂਦਾ ਤੇ ਆਨੰਦ ਕਿਉਂ ਰੋ ਰਿਹਾ? ਤੇ ਮੈਂ ਰੋ ਰਿਹਾ ਕਿ ਤਥਾਗਤ ਤੁਸੀਂ ਇੱਕ ਹੋਰ ਕੋਈ ਪ੍ਰਾਰਥਨਾ ਇੱਦਾਂ ਦੀ ਕੋਈ ਕਰੋ ਕਿ ਚੈਂਟਿੰਗ ਕਰੋ ਕਿ ਤੁਹਾਡੀ ਉਮਰ ਹੋਰ ਵੱਡੀ ਹੋ ਜਾਵੇ ਤੇ ਤੁਹਾਡੇ ਤੋਂ ਬਾਅਦ ਸਾਡਾ ਕੋਈ ਵਾਰਿਸ ਨਹੀਂ ਹੋਣਾ। ਸਾਡੇ ਤੋਂ, ਉਹਨਾਂ ਨੇ ਆਨੰਦ ਇਹ ਕਹਿੰਦੇ ਸੀ ਕਿ ਤੁਹਾਡੇ ਤੋਂ ਬਾਅਦ ਸਾਡਾ ਗੁਰੂ ਕੌਣ ਹੋਵੇਗਾ। ਉਹਨਾਂ ਨੇ ਪੁੱਛਿਆ ਵੀ ਤੂੰ ਕਿਉਂ ਰੋਂਦਾ ਆ? ਤਾਂ ਫਿਰ ਕਹਿੰਦੇ ਵੀ ਆਨੰਦ ਦੇ ਇਹ ਲਫ਼ਜ਼ ਸੀਗੇ ਕਿ ਤਥਾਗਤ ਬੁੱਧ, ਮੈਂ ਇਸ ਕਰਕੇ ਰੋਂਦਾ ਕਿ ਤੁਹਾਡੇ ਤੋਂ, ਜੇ ਤੁਹਾਨੂੰ ਇਹ ਜਿਹੜਾ ਆ ਪਰਿਨਿਰਵਾਣ ਪ੍ਰਾਪਤ ਜੋ ਤੁਸੀਂ ਕਰ ਲਓਗੇ, ਸਾਡਾ ਗੁਰੂ ਕੌਣ ਹੋਵੇਗਾ। ਹਾਂ, ਤੇ ਉਹ ਆਨੰਦ ਨੂੰ ਦੇਖੋ, ਉਹਨਾਂ ਦੇ ਵਿੱਚ ਇਹਨੂੰ ਕਹਿੰਦੇ ਅਟੈਚਮੈਂਟ। ਉਹਨਾਂ ਦੀ ਇੰਨੀ ਅਟੈਚਮੈਂਟ ਸੀ ਕਿ ਉਹ ਤਥਾਗਤ ਬੁੱਧ ਨੂੰ ਆਪਣੇ ਤੋਂ ਵੱਖਰਾ ਨਹੀਂ ਦੇਖਣਾ ਚਾਹੁੰਦੇ ਵੀ, ਕਿਉਂਕਿ ਇਹ ਸਦਾ ਚੀਜ਼ਾਂ ਜਿਹੜੀਆਂ ਸਦਾ ਰਹਿਣ ਵਾਲੀਆਂ ਨੇ। ਤਥਾਗਤ ਬੁੱਧ ਫਿਰ ਆਨੰਦ ਨੂੰ ਸਮਝਾਉਂਦੇ ਆ, ਇਹ ਆਨੰਦ ਜੋ ਜਨਮ ਲੈਂਦਾ ਹੈ ਉਹਨੇ ਇੱਕ ਦਿਨ ਜਾਣਾ ਹੈ। ਜੋ ਮਿਲਦੇ ਨੇ ਇੱਕ ਦਿਨ ਵਿਛੜਦੇ ਨੇ। ਹੁਣ ਇਸੇ ਤਰ੍ਹਾਂ ਤਥਾਗਤ ਬੁੱਧ ਵੀ ਆ। ਅੱਜ ਮੈਂ ਬਿਰਧ ਅਵਸਥਾ, ਮੇਰੀ ਇਹੋ ਜਿਹੀ ਹਾਲਤ ਹੈ ਕਿ ਜਿਸ ਤਰ੍ਹਾਂ ਕਿ ਪੁਰਾਣਾ ਗੱਡਾ ਹੋ ਜਾਂਦਾ ਆ ਤੇ ਹੌਲੀ ਹੌਲੀ ਗੱਡਾ ਜਿਹੜਾ ਆ ਇੱਕ ਦਿਨ ਉਹਨ ਟੁੱਟਣਾ ਆ। ਤੇ ਇਹ ਮੇਰੀ ਅਵਸਥਾ ਆ ਗਈ ਆ। ਤੇ ਹੁਣ ਇਹ ਵਿਸਾਖ ਦੀ ਜੋ ਪੂਰਨਿਮਾ ਦਾ ਤੀਜਾ ਪਹਿਰ ਆ, ਉਸ ਰਾਤ ਨੂੰ ਤਥਾਗਤ ਨਿਰਵਾਣ ਪ੍ਰਾਪਤ ਕਰ ਜਾਣਾ। ਤੇ ਤਥਾਗਤ ਫਿਰ ਵਿਸਾਖ ਪੂਰਨਿਮਾ ਜਿਹੜੀ ਆਪਾਂ ਮਈ ਦੇ ਵਿੱਚ 21 ਮਈ ਨੂੰ ਮਨਾਈ, ਸੈਟਰਡੇ ਬੁੱਧਾ ਵਿਹਾਰਾ ਦੇ ਵਿੱਚ ਵੂਵਰਹੈਂਪਟਨ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਵੱਲੋਂ ਇਹ ਸਾਰੇ ਸੰਸਾਰ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ, ਵਿਸਾਖ ਡੇ। ਵਿਸਾਖ ਦੀ ਪੂਰਨਿਮਾ ਜੋ ਇਹਨੂੰ ਕਿਹਾ ਜਾਂਦਾ, ਤੇ ਮਈ ਦੀ ਪੂਰਨਿਮਾ, ਇਹਦੇ ਵਿੱਚ ਬੁੱਧ ਦਾ ਜਨਮ ਲੈਣਾ, ਬੁੱਧ ਦਾ ਗਿਆਨ ਪ੍ਰਾਪਤੀ ਕਰਨੀ ਤੇ ਉਹਨਾਂ ਦਾ ਮਹਾਪਰਿਨਿਰਵਾਣ ਹੋਣਾ। ਇਹ ਤਿੰਨ ਇਵੈਂਟ ਹੋਏ ਆ। ਤੇ ਹੁਣ ਤਥਾਗਤ ਬੁੱਧ ਜਿਹੜੇ ਆ ਸਾਡੇ ਤੋਂ ਵਿਛੜ ਜਾਂਦੇ ਆ। ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਜਦੋਂ ਮਹਾਪਰਿਨਿਰਵਾਣ ਵਿੱਚ ਪਹੁੰਚੇ ਤਾਂ ਉਹਨਾਂ ਨੇ ਆਖਰੀ ਬਚਨ ਇਹ ਵੀ ਦਿੱਤੇ ਸਨ ਕਿ ਹੁਣ ਜਿਹੜਾ ਵਿਨੇ ਤੇ ਜਿਹੜਾ ਅਨੁਸ਼ਾਸਨ, ਇਹ ਦੋ ਚੀਜ਼ਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਇਹੀ ਤੁਹਾਡਾ ਗੁਰੂ ਹੋਵੇਗਾ। ਜੇਕਰ ਤੁਸੀਂ ਇਸ ਨੂੰ ਮੰਨੋਗੇ ਤਾਂ ਇਹ ਸਮਝੋ ਤਥਾਗਤ ਬੁੱਧ ਜਾਂ ਜਿਹੜਾ ਤੁਹਾਡਾ ਗੁਰੂ, ਜਿਸ ਨੂੰ ਤੁਸੀਂ ਜਗ੍ਹਾ ਦਿੰਦੇ ਹੋ, ਉਹ ਹੋਵੇਗਾ। ਤੇ ਇਸ ਤਰ੍ਹਾਂ, ਜਿਸ ਤਰ੍ਹਾਂ ਤਥਾਗਤ ਬੁੱਧ ਜਿਹੜੇ ਉਹ ਮਹਾਪਰਿਨਿਰਵਾਣ ਨੂੰ ਤੀਜੀ ਪਹਿਰ, ਰਾਤ ਦੀ ਤੀਜੀ ਪਹਿਰ ਦੇ ਵਿੱਚ ਉਹਨਾਂ ਨੂੰ ਜਿਹੜਾ ਮਹਾਪਰਿਨਿਰਵਾਣ ਪ੍ਰਾਪਤ ਹੋਇਆ। ਤੇ ਉਸ ਤੋਂ ਬਾਅਦ ਇਹ ਸਾਡੇ ਉਪਾਸਕਾਂ ਦੇ ਨਾਲ ਤੁਸੀਂ ਦੱਸੋਗੇ ਕਿ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਆ ਉਹ ਕਿਸ ਵਿਧੀ ਦੇ ਨਾਲ ਕੀਤਾ ਗਿਆ, ਜਾਂ ਕਿਹੜੀਆਂ ਵਿਧੀਆਂ ਉਸ ਟਾਈਮ ਪ੍ਰਚਲਿਤ ਸਨ, ਤੇ ਉਹਨਾਂ ਦੇ ਕਿਸ ਰੀਤੀ ਰਿਵਾਜ ਦੇ ਨਾਲ ਉਹਨਾਂ ਦੀ ਜਿਹੜੀ ਵਿਦਾਇਗੀ ਕੀਤੀ ਗਈ? ਦੇਖੋ, ਇਹ ਜਦੋਂ ਤਥਾਗਤ ਬੁੱਧ ਨੇ ਆਨੰਦ ਨੂੰ ਕਿਹਾ ਕਿ ਆਨੰਦ ਵੀ ਤਥਾਗਤ ਹੁਣ ਪਰਿਨਿਰਵਾਣ ਪ੍ਰਾਪਤ ਕਰ ਜਾਣਗੇ,
ਤਾਂ ਹੁਣ ਇਦਾਂ ਕਰ ਵੀ ਮੱਲਾਂ ਨੂੰ ਜ਼ਰੂਰ ਸੂਚਨਾ ਕਰ ਦਿਓ, ਕਿਉਂਕਿ ਬਿਲਕੁਲ ਮੱਲਾਂ ਦੀ ਰਾਜਧਾਨੀ ਦੇ ਵਿੱਚ ਆਏ ਸੀ ਰਾਜਧਾਨੀ। ਤੇ ਉਹਨਾਂ ਨੇ ਬੜੀ ਉਹਨਾਂ ਨੇ ਸੇਵਾ ਕੀਤੀ। ਤਾਂ ਉਹਨਾਂ ਨੂੰ ਫਿਰ ਉਹਨਾਂ ਨੇ ਮੱਲਾਂ ਨੂੰ ਦੱਸ ਦਿੱਤਾ ਤੇ ਹੁਣ ਤਥਾਗਤ ਜਿਹੜੇ ਆ ਮਹਾਪਰਿਨਿਰਵਾਣ ਨੂੰ ਪ੍ਰਾਪਤ ਕਰ ਚੁੱਕੇ ਆ ਤੇ ਅਨੰਤ ਮੱਲਾਂ ਨੂੰ ਜਾ ਕੇ ਸੁਨੇਹਾ ਭੇਜ ਕੇ ਉਹਨਾਂ ਨੂੰ ਸੱਦ ਲੈਂਦੇ ਆ ਤੇ ਉਹਨਾਂ ਦੇ ਨਾਲ ਫਿਰ ਸਲਾਹ ਕਰਦੇ ਆ ਕਿ ਤਥਾਗਤ ਦਾ ਜੋ ਅੰਤਮ ਜੋ ਵਿਧੀ ਹੈ, ਜੋ ਸੰਸਕਾਰ ਹੈ, ਉਹ ਕਿਸ ਤਰ੍ਹਾਂ ਕੀਤਾ ਜਾਵੇ। ਮੱਲਾਂ ਦੇ ਸਲਾਹ ਦੇ ਨਾਲ ਫਿਰ ਉਹਨਾਂ ਦੀ ਜੋ ਅੰਤਮ ਸੰਸਕਾਰ ਹੈ ਬੜੇ ਹੀ ਠਾਠ ਬਾਠ ਦੇ ਨਾਲ ਕੀਤਾ ਜਾਂਦਾ ਤੇ ਉਹਨਾਂ ਦੇ ਨਾਲ ਉਹਨਾਂ ਨੇ ਬੜੀਆਂ ਖੁਸ਼ਬੂਆਂ, ਫੁੱਲ, ਹੋਰ ਮਤਲਬ ਤਰ੍ਹਾਂ ਦੇ ਮਤਲਬ ਜਿਹੜੇ ਜਿਸ ਤਰ੍ਹਾਂ ਰਾਜ ਦਰਬਾਰ ਰਾਜ ਦੇ ਵਿੱਚ ਦਰਬਾਰ ਦੇ ਰਾਜਿਆਂ ਵਿੱਚ ਮਹਾਰਾਜਿਆਂ ਦਾ ਉਹਨਾਂ ਦਾ ਕਰਕੇ ਤੇ ਖੁਸ਼ਬੂਆਂ ਲਾਈਆਂ ਗਈਆਂ, ਫੁੱਲਾਂ ਦੇ ਨਾਲ ਲੱਦਿਆ ਗਿਆ ਤੇ ਨਾਲ ਫਿਰ ਬਾਜੇ ਗਾਜੇ ਦੇ ਨਾਲ ਉਹਨਾਂ ਨੂੰ ਆਖਰੀ ਜਿਹੜੀ ਯਾਤਰਾ ਸੀ ਕਰਕੇ ਤਾਂ ਉਹਨਾਂ ਦਾ ਫਿਰ ਇਹ ਜਿਹੜਾ ਆਖਰੀ ਜੋ ਉਹਨਾਂ ਦੀ ਚਿਤਾ ਆ ਉਹਨੂੰ ਜਲਾਇਆ ਗਿਆ। ਉਸ ਤੋਂ ਬਾਅਦ ਫਿਰ ਉਹਨਾਂ ਦੇ ਜੋ ਅਸਥ ਹੈ ਉਹ ਸਾਰੇ ਮੱਲਾਂ ਨੇ ਤੇ ਬਾਕੀ ਹੋਰ ਜਿਹੜੇ ਕੌਸ਼ਲ ਦੇ ਜੋ ਲੋਕ ਸੀ, ਜਨਪਦ ਦੇ, ਸਾਕਿਆ ਦੇ ਲੋਕ, ਕੋਹਲੀਆ, ਲਿਛਵੀ, ਬੱਜੀ, ਇਹ ਸਾਰੇ ਆ ਕੇ ਤਾਂ ਉਹਨਾਂ ਨੇ ਫਿਰ ਉਹਨਾਂ ਦੇ ਜਿਹੜੇ ਅਸਥ ਆ ਉਹ ਸਾਰਿਆਂ ਨੇ ਉਹਨਾਂ ਦੇ ਰੈਲਿਕਸ ਜਿਹੜੇ ਆ ਉਹਨਾਂ ਨੂੰ ਵੰਡੇ ਗਏ ਤੇ ਉਹਨਾਂ ਨੇ ਉਹਨਾਂ ਨੂੰ ਲੈ ਕੇ ਤੇ ਆਪਣੀ ਜਗ੍ਹਾ ਤੇ ਜਾ ਕੇ ਉਹਨਾਂ ਨੇ ਫਿਰ ਸਤੂਪ ਬਣਾਏ ਤਥਾਗਤ ਬੁੱਧ ਦੇ। ਅੱਜ ਤਥਾਗਤ ਬੁੱਧ ਜੋ ਇੱਕ ਦੁਨੀਆ ਆਪਾਂ ਲਾਈਟ ਆਫ ਏਸ਼ੀਆ ਕਹਿੰਦੇ ਆ, ਲੇਕਿਨ ਅੱਜ ਜੋ ਬੁੱਧ ਆ ਉਹ ਅੱਜ ਲਾਈਟ ਆਫ ਯੂਨੀਵਰਸ ਬਣ ਚੁੱਕੇ ਆ। ਉਹਨਾਂ ਦੇ ਜੋ ਧੰਮ ਦਾ ਜੋ ਲਾਈਟ ਆ ਉਹ ਸਾਰੇ ਸੰਸਾਰ ਦੇ ਵਿੱਚ ਉਹਦੀ ਮੈਤਰੀ, ਕਰੁਣਾ, ਉਪੇਖਾ, ਬੁੱਧਤਾ ਤੇ ਉਹ ਸਾਰੇ ਦੁਨੀਆ ਦੇ ਵਿੱਚ ਫੈਲ ਚੁੱਕਾ ਹੈ। ਤਾਂ ਇੱਥੇ ਜਦੋਂ ਤਥਾਗਤ ਬੁੱਧ ਜਿਹੜੇ ਆ ਉਹ ਆਖਰੀ ਲਫ਼ਜ਼ ਦੇ ਵਿੱਚ ਉਹਨਾਂ ਨੂੰ ਦੱਸਦੇ ਆ, ਇਹ ਪਾਲੀ ਦੇ ਵਿੱਚ ਮੈਂ ਰੇਖਾ ਜੀ ਦੱਸੂਗਾ, ਉਹ ਕਹਿੰਦੇ ਆ ਦਿਵਾ ਤਪਤੀ ਆਦਿਚੋ ਰਤੀ ਅਬਾਤੀ ਚੰਦੀਮਾ ਸੰਦੋ ਖਤਿਓ ਤਪਤੀ ਚਾਈ ਤਪਤੀ ਬ੍ਰਾਹਮਣੋ ਅਬ ਸਬਮ ਅਹੋਰਤੀ ਬੁੱਧੋ ਤਪਤੀ ਤੇਜਸਾ। ਇਹ ਬਾਣੀ, ਇਹ ਰਸਾਈਟ ਉਹਨਾਂ ਨੇ ਕੀਤੀ ਕਿ ਦਿਵਾ ਤਪਤੀ ਆਦਿਚੋ, ਜਿਹੜਾ ਸੂਰਜ ਹੈ ਉਹ ਦਿਨ ਨੂੰ ਚਮਕਦਾ ਆ। ਫਿਰ ਕਹਿੰਦੇ ਰਤੀ ਅਬਾਤੀ ਚੰਦੀਮਾ, ਚੰਦਰਮਾ ਜਿਹੜਾ ਰਾਤ ਨੂੰ ਚਮਕਦਾ ਆ। ਸੰਦੋ ਖਤਿਓ ਤਪਤੀ, ਜੋ ਖਸ਼ਤਰੀ ਹੈ ਜਦੋਂ ਸ਼ਸਤਰਧਾਰੀ ਹੁੰਦਾ ਹੈ ਉਦੋਂ ਚਮਕਦਾ ਆ। ਚਾਈ ਤਪਤੀ ਬ੍ਰਾਹਮਣੋ, ਜਦੋਂ ਇੱਕ ਬ੍ਰਾਹਮਣ ਜਦੋਂ ਉਹ ਆਪਣੇ ਸਾਧਨਾ ਦੇ ਵਿੱਚ ਬਹਿੰਦਾ ਉਦੋਂ ਉਹ ਚਮਕਦਾ ਆ। ਫਿਰ ਕੀ ਕਹਿੰਦੇ ਅਬ ਸਬਮ ਅਹੋ ਰਾਤੀ ਬੁੱਧੋ ਤਪਤੀ ਤੇਜਸਾ, ਜਿਹੜੇ ਬੁੱਧ ਆ ਉਹ ਆਪਣੇ ਤੇਜ ਦੇ ਨਾਲ ਹਮੇਸ਼ਾ ਚਮਕਦੇ ਰਹਿੰਦੇ ਨੇ। ਅੱਜ ਬੁੱਧ ਦਾ ਤੇਜ ਆ ਦੁਨੀਆ ਦੇ ਸਾਰੇ ਸੰਸਾਰ ਦੇ ਵਿੱਚ ਚਮਕ ਰਿਹਾ ਆ। ਬਿਲਕੁਲ। ਤੇ ਅੱਜ ਤਥਾਗਤ ਬੁੱਧ ਜਿਹੜੇ ਆ ਅੱਜ ਸਾਤੋਂ ਮਤਲਬ ਵਿਛੜ ਗਏ ਜਾਂਦੇ ਹਨ ਤੇ ਉਹਨਾਂ ਦਾ ਧੰਮ ਜਿਹੜਾ ਆ ਅੱਜ ਸਾਡੇ ਨਾਲ ਆ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਧੰਮ ਹੀ ਤੁਹਾਡਾ ਜਿਹੜਾ ਵਾਰਿਸ ਆ। ਬਿਲਕੁਲ ਦੇਵ ਸੁਮਨ ਜੀ, ਤੁਸੀਂ ਇਸ ਬਹੁਤ ਗੰਭੀਰ ਜਿਹੜੀ ਸਾਡੇ ਅਸੀਂ ਵਾਰਤਾ ਬਹੁਤ ਅੱਜ ਕੀਤੀ ਹੈ ਤਥਾਗਤ ਗੌਤਮ, ਸਿਧਾਰਥ ਗੌਤਮ ਤੋਂ, ਉਹਨਾਂ ਦੇ ਜੀਵਨ ਤੋਂ ਸ਼ੁਰੂ ਕਰਕੇ ਉਹਨਾਂ ਦੇ ਮਹਾਪਰਿਣਾਮ ਤੱਕ ਦੀ ਜੋ ਸਾਡਾ ਤੁਸੀਂ ਸਾਥ ਦਿੱਤਾ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਇਸ ਨੂੰ ਆਪਣੇ ਦਰਸ਼ਕਾਂ ਤੱਕ, ਆਪਣੇ ਉਪਾਸਕਾਂ ਤੱਕ ਪਹੁੰਚਾਇਆ ਹੈ। ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਇਸ ਦੇ ਨਾਲ ਜੁੜੇਗਾ ਤੇ ਸਾਡਾ ਤਥਾਗਤ ਬੁੱਧ ਜਿਹੜੇ ਹਨ ਉਹਨਾਂ ਨੂੰ ਕੋਟੀ ਪ੍ਰਣਾਮ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਦਾ ਬਹੁਤ ਹੀ ਸਾਨੂੰ ਸਮਾਂ ਬਹੁਤ ਘੱਟ ਹੈ ਤੇ ਉਸ ਤੋਂ ਪਹਿਲਾਂ ਬਹੁਤ ਸਾਰੇ ਉਪਾਸਕ ਜਿਹੜੇ ਹਨ ਸਾਨੂੰ ਬਹੁਤ ਵਧੀਆ ਫੀਡਬੈਕ ਵੀ ਦਿੰਦੇ ਹਨ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪ੍ਰੋਗਰਾਮਾਂ ਨੂੰ ਤੁਸੀਂ ਲਗਾਤਾਰ ਦੇਖੋ ਤੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਤੁਹਾਨੂੰ ਪ੍ਰਾਪਤ ਕਰਨੀ ਹੈ ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਤੇ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਡੇ ਤੱਕ ਮੁਹੱਈਆ ਕਰਾਉਣ ਦੇ ਲਈ। ਤੇ ਪ੍ਰੋਗਰਾਮ ਜੋ ਅੱਜ ਸਾਡਾ ਮਈ ਮਹੀਨੇ ਦਾ ਸੀਗਾ ਬੁੱਧਾ ਧੰਮਾਂ ਦੇ ਉੱਪਰ, ਉਸ ਨੂੰ ਅਸੀਂ ਅੱਜ ਇੱਥੇ ਫਿਨਿਸ਼ ਕੀਤਾ ਹੈ ਤੇ ਜੂਨ ਮਹੀਨੇ ਦੇ ਵਿੱਚ ਅਸੀਂ ਨਵੇਂ ਵਿਸ਼ਿਆਂ ਦੇ ਉੱਪਰ ਨਵੇਂ ਇਸ਼ੂ ਲੈ ਕੇ ਜੋ ਵੀ ਸਾਡੇ ਸਮਾਜਿਕ ਡਾਕਟਰ ਬਾਬਾ ਸਾਹਿਬ ਅੰਬੇਡਕਰ ਤੇ ਨਵੇਂ ਵਿਸ਼ਿਆਂ ਦੇ ਉੱਪਰ ਅਸੀਂ ਤੁਹਾਡੇ ਨਾਲ ਚਰਚਾ ਜਿਹੜੀ ਹੈ ਸਾਂਝੀ ਕਰਾਂਗੇ। ਤੇ ਪ੍ਰੋਗਰਾਮ ਖਤਮ ਕਰਨ ਤੋਂ ਪਹਿਲੇ ਇੱਕ ਵਾਰੀ ਮੈਂ ਦੇਵ ਸੁਮਨ ਜੀ ਅੱਗੇ ਬੇਨਤੀ ਕਰਾਂਗੀ ਕਿ ਉਹ ਆਪ ਸਭ ਜੀਵ ਪ੍ਰਾਣੀਆਂ ਦੇ ਲਈ ਜਿਹੜੀ ਮੰਗਲ ਕਾਮਨਾ ਕਰਨਗੇ ਤੇ ਉਸ ਦੇਵ ਸੁਮਨ ਜੀ। ਥੈਂਕ ਯੂ ਰੇਖਾ ਜੀ। ਹੁਣ ਜਿਹੜਾ ਸਮਾਂ ਆ ਤਥਾਗਤ ਬੁੱਧ ਜਿਹੜੇ ਮਹਾਪਰਿਨਿਰਵਾਣ ਪ੍ਰਾਪਤ ਕਰ ਚੁੱਕੇ ਹਨ, ਇੱਥੇ ਗਾਥਾ ਮੈਂ ਜ਼ਰੂਰ ਕਹਾਂਗਾ। ਸੁਖੋ ਬੁੱਧਾਨੁਪਾਦੋ
ਸੁਖੋ ਸਦ ਦਮ ਦੇਸ਼ਨਾ ਸੁਖੋ ਸੰਗਸ ਮੱਗੀ ਸਮਾਗਾਨੰ ਤਪੋ ਸੁਖੋ। Blessed the worth of Buddha, blessed is the teaching of the Dhamma, blessed is the Sangha who live in harmony। ਤੇ ਹੁਣ ਮੈਂ ਸਾਰਿਆਂ ਵਾਸਤੇ ਆਪਾਂ ਇਸ ਦੁਨੀਆ ਦੇ ਉੱਪਰ, ਇਸ ਪਲੈਨਟ ਦੇ ਉੱਪਰ ਜਿੰਨੇ ਵੀ ਜੀਵ ਜੰਤੂ ਪਕਸ਼ੀ ਪ੍ਰਾਣੀ ਹੈ, ਉਹਨਾਂ ਵਾਸਤੇ ਆਪਾਂ ਮੈਤਰੀ ਭਾਵਨਾ ਕਰਦੇ ਹਾਂ। ਤੇ ਇਹਦੇ ਨਾਲ ਮੈਂ ਆਪਣਾ ਪ੍ਰੋਗਰਾਮ ਖਤਮ ਹੁੰਦਾ ਆ। ਇੱਥੇ ਨਥੀ ਮੇ ਸ਼ਰਣੰ ਅਈਯੰ बुद्धो मे शरणं वरं एतेन सच भजेन होतु ते जया मंगलं। नत्थि मे शरणं अय्यं धम्मो मे शरणं वरं एतेन सच भजेन होतु ते जया मंगलं। नत्थि मे शरणं अय्यं संगो में शरणं वरं एतेन सच भजेन होतु ते जया मंगलं। भवतु सब मंगलं रखंत सब देवता सब बुद्धानुभावेन सदा सोति भवन्तु ते। भवतु सब मंगलं रखंत सब देवता सब धम्मानुभावेन सदा सोति भवन्तु ते। भवतु सब मंगलं रखंत सब देवता सब संगानुभावेन सदा सोति भवन्तु ते। साधु साधु साधु। ਤੇ ਇਸ ਤਰ੍ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਮੁੱਕਦਾ ਹੈ ਤੇ ਅਗਲੀ ਵਾਰ ਬੁੱਧਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਫਿਰ ਮਿਲਾਂਗੇ। ਤੇ ਹੁਣ ਸਾਨੂੰ ਇਜਾਜ਼ਤ ਦਿਓ ਤੇ ਸਾਡਾ ਪ੍ਰੋਗਰਾਮ ਦੇ ਬਾਰੇ ਤੁਹਾਡੇ ਕੋਈ ਵਿਚਾਰ ਹਨ ਜਾਂ ਜਾਣਕਾਰੀ ਹੈ, ਸਾਡੇ ਨਾਲ ਸੰਪਰਕ ਜ਼ਰੂਰ ਕਰੋ ਤੇ ਸਾਨੂੰ ਆਪਣਾ ਫੀਡਬੈਕ ਵੀ ਜ਼ਰੂਰ ਛੱਡੋ। ਤੇ ਨਮੋ ਬੁੱਧਾ, ਜੈ ਭੀਮ, ਜੈ ਭਾਰਤ।